ਸੋ ਉਸ ਤੋਂ ਅੱਗੇ ਸ਼ਬਦ ਆਉਂਦਾ ਹੈ, ਸੱਸੇ ਉੱਤੇ ਟਿੱਪੀ ਤੱਤਾ ਤੱਤੇ ਨੂੰ ਅੰਕੜ ਸੰਤ। ਇੱਕ ਜਿਹੜਾ ਨਿਰਾਕਾਰੀ ਸਰੂਪ ਜੀ ਨੇ ਇੱਥੇ ਆ ਕੇ ਧਾਰਨ ਕੀਤਾ, ਜਿਹੜਾ ਇੱਥੇ ਆ ਕੇ ਇੱਕ ਹੋਈ ਹੈ ਜੀਵਾਤਮਾ, ਇਹ ਉਹ ਸੰਤ ਹੈ। ਜਿਹੜਾ ਮਨ ਸੀਗਾ ਅਸੰਤ ਬਣਿਆ ਹੋਇਆ ਸੀ, ਮਨ ਅਸੰਤ ਅਨਾੜੀ ਸੀ ਜਿਹੜਾ, ਇਹੀ ਮਨ ਆੜਾ ਕੱਟ ਕੇ ਸੰਤ ਬਣਿਆ, ਸ਼ੁੱਧ ਹੋਇਆ। ਹੁਣ ਉਹਦੀ ਗੱਲ ਕਰਨਗੇ ਗੁਰਬਾਣੀ 'ਚ ਪਾਤਸ਼ਾਹੀਆਂ। ਪੰਜਵੇਂ ਪਾਤਸ਼ਾਹੀ ਕਹਿੰਦੇ ਆ, ਮਹੱਲਾ ਪੰਜਵਾਂ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਾਂ ਘੋਲੀ ਜਿਉ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ ਰਹਾਓ। ਕਹਿੰਦੇ ਭਾਗ ਹੋਆ ਗੁਰ ਸੰਤ ਮਿਲਾਇਆ। ਹੁਣ ਇੱਥੇ ਗੁਰ ਦੇ ਰਾਰੇ ਨੂੰ ਸਿਆਰੀ ਪਈ ਹੋਈ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਵੀ ਭਾਗ ਹੋਆ, ਕਹਿੰਦੇ ਮੇਰੀ ਜਿਹੜੀ ਸੁਰਤ ਹੈ ਉਹ ਬੜੀ ਵਿਸ਼ਾਲ ਹੋਈ। ਭਾਗ ਹੁੰਦਾ ਹਿੱਸਾ, ਕਿ ਜਿਹੜੀ ਮੇਰੀ ਭਵ ਸਾਗਰ ਦੇ ਵਿੱਚ ਜੋਤ ਆਈ ਹੋਈ ਸੀ, ਉਹਦਾ ਜਿਹੜਾ ਭਾਗ ਸੀ, ਹਿੱਸਾ ਸੀ, ਉਹ ਬੜਾ ਵਿਸ਼ਾਲ ਹੋਇਆ। ਕਦੋਂ ਹੋਇਆ? ਗੁਰ ਈ, ਜਦੋਂ ਮੈਂ ਚੌਥੇ ਪਾਤਸ਼ਾਹ ਤੋਂ ਗੁਰਮਤਿ ਪ੍ਰਾਪਤ ਕੀਤੀ, ਸੋਝੀ ਪ੍ਰਾਪਤ ਕੀਤੀ, ਕਿਉਂਕਿ ਗੁਰ ਈ ਲੱਗ ਗਿਆ। ਉਹਨਾਂ ਦੀ ਜਿਹੜੀ ਮੈਂ ਗੁਰਮਤਿ ਪ੍ਰਾਪਤ ਕੀਤੀ, ਜੋ ਉਹਨਾਂ ਨੇ ਮੈਨੂੰ ਉਪਦੇਸ਼ ਦਿੱਤਾ, ਜਦੋਂ ਮੈਂ ਉਹਨੂੰ ਆਪਣੇ ਅੰਦਰ ਵਸਾਇਆ, ਤਾਂ ਉਸ ਗੁਰਮਤਿ ਨੇ, ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੇ ਮੈਨੂੰ ਕੀ ਕੀਤਾ? ਸੰਤ ਮਿਲਾਇਆ। ਮੈਨੂੰ ਸੰਤ ਜਿਹੜਾ ਹੁਕਮ ਹੈ ਉਹਦੀ ਪ੍ਰਾਪਤੀ ਕਰਾਤੀ। ਇੱਥੇ ਆ ਕੇ ਮਿਲਿਆ, ਇੱਕ ਹੋ ਗਿਆ, ਕਹਿੰਦੇ ਮੈਂ ਮਿਲਾਇਆ। ਪ੍ਰਭ ਅਬਨਾਸੀ ਘਰ ਮੈਂ ਪਾਇਆ, ਕਹਿੰਦੇ ਫਿਰ ਜਿਹੜਾ ਪ੍ਰਭ ਸੀ ਮੇਰਾ ਮੂਲ, ਉਹੀ ਸੰਤ, ਕਹਿੰਦੇ ਉਹ ਤਾਂ ਮੈਂ ਘਰ 'ਚ ਹੀ ਪਾ ਲਿਆ। ਘਰ ਮੈਂ ਪਾਇਆ, ਭਾਵੇਂ ਘਰ ਹੀ ਸੀਗੇ ਚੌਥੇ ਪਾਤਸ਼ਾਹ ਸੰਸਾਰੀ ਤੌਰ ਤੇ ਵੀ, ਪਰ ਘਰ ਮੈਂ ਪਾਇਆ, ਘਰ ਦੇ ਵਿੱਚ ਪਾ ਲਿਆ, ਭਾਵ ਕਿ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਿਆ ਆਪਣੇ ਮੂਲ ਨੂੰ। ਦੂਜੇ ਪਾਸੇ ਵੀ ਉਹ ਘਰ 'ਚ ਹੀ ਸੀਗੇ, ਉਹਨਾਂ ਨੇ ਸਮੱਤ ਦਿੱਤੀ, ਤਾਂ ਉਹਨਾਂ ਨੇ ਇੱਥੇ ਘਰ ਵੀ ਵਾਰੀ ਲਿਖ ਕੇ ਪਾਤਾ ਕਿ ਘਰ ਦੇ ਵਿੱਚ ਤਾਂ ਪਿਰਥੀ ਚੰਦ ਹੋਣੀ ਵੀ ਸੀ, ਮਹਾਦੇਵ ਉਹਨਾਂ ਵੀ ਸੀ। ਉਹਨਾਂ ਨੂੰ ਨਹੀਂ ਉਸ ਗੱਲ ਦੀ ਸਮਝ ਲੱਗੀ, ਇਹ ਵੀ ਭਾਣਾ ਪਰਮੇਸ਼ਰ ਦਾ ਹੀ ਸੀ, ਪਰ ਮੇਰੇ ਤੇ ਵੀ ਭਾਣਾ ਪਰਮੇਸ਼ਰ ਦਾ ਹੀ ਵਰਤਿਆ। ਪਰਮੇਸ਼ਰ ਨੇ ਮੈਨੂੰ ਸੋਝੀ ਕਰਾਤੀ, ਮੈਨੂੰ ਚੌਥੇ ਪਾਤਸ਼ਾਹ ਦੇ ਬੋਲਾਂ ਦੀ ਸਮਝ ਆਉਣ ਲੱਗ ਗਈ, ਉਹਦੇ ਨਾਲ ਮੈਂ ਆਪਣੇ ਮੂਲ ਨੂੰ ਪਾ ਲਿਆ। ਸੇਵ ਕਰੀ ਪਲ ਚਸਾ ਨਾ ਵਿਛੜਾ, ਕਹਿੰਦੇ ਫਿਰ ਮੈਂ ਪਾ ਕੇ ਉਸ ਹੁਕਮ ਨੂੰ ਪ੍ਰਾਪਤ ਕਰਕੇ, ਆਪਣੇ ਮੂਲ ਨੂੰ ਪਾ ਕੇ, ਫਿਰ ਮੈਂ ਉਹਦੀ ਸੇਵਾ ਵੀ ਕੀਤੀ ਹੈ। ਭਾਵ ਕਿ ਸੇਵ ਕੀ ਕੀਤੀ? ਉਹਦੇ ਅਨੁਸਾਰ ਨਹੀਂ ਚੱਲਣਾ, ਤਾਂ ਹੀ ਫਿਰ ਜ਼ਿੰਮੇਵਾਰੀ ਮਿਲੀ ਨਾ। ਫਿਰ ਸੇਵਾ ਵੀ ਕੀਤੀ ਹੈ, ਵੀ ਜਿਹੜਾ ਹੁਕਮ ਅੰਦਰੋਂ ਹਿਰਦੇ 'ਚੋਂ ਪ੍ਰਗਟ ਹੁੰਦਾ ਸੀ, ਫਿਰ ਉਹਦੀ ਵਿਚਾਰ ਵੀ ਕਰਨੀ ਸੀ, ਫਿਰ ਉਹਨੂੰ ਆਪਣਾ ਬੋਲਣਾ ਵੀ ਹੈ, ਲੋਕ ਪ੍ਰਚਾਰ ਵੀ ਕਰਨਾ। ਸੇਵ ਕਰੀ ਪਲ ਚਸਾ ਨਾ ਵਿਛੜਾ, ਇੱਕ ਚਸਾ ਇੱਕ ਪਲ ਵਿਛੜੇ ਨਹੀਂ। ਅਵੇਸਲਾਪਣ ਨਹੀਂ ਕੀਤਾ ਵੀ ਜੇ ਹੁਣ ਹੁਕਮ ਹੋਇਆ ਵੀ ਚਲ ਕੱਲ੍ਹ ਨੂੰ ਦੱਸ ਦਿਆਂਗੇ ਜਾ ਕੇ, ਉਸੇ ਵੇਲੇ ਦੱਸਿਆ ਜਾ ਕੇ, ਭਾਵੇਂ ਰਾਤ ਸੰਸਾਰੀ ਹੋਵੇ, ਭਾਵੇਂ ਸੰਸਾਰੀ ਦਿਨ ਹੋਵੇ। ਬੈਠੇ ਰਹਿੰਦੀ ਸੰਗਤ ਦੇ ਵਿੱਚ, ਕੀ ਪਤਾ ਕਦੋਂ ਕੋਈ ਪਿਆਸਾ ਆ ਜਾਵੇ, ਉਹਨੂੰ ਪਿਆਸ ਲੱਗੀ ਹੋਵੇ ਤੇ ਮੈਂ ਮਿਲਾਂ ਨਾ, ਇਹ ਨਹੀਂ ਹੋ ਸਕਦਾ। ਬੜੀ ਬਚਿੱਤਰ ਖੇਡ ਹੈ ਗੁਰਮੁਖਾਂ ਦੀ। ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਕਹਿੰਦੇ ਮੈਂ ਤਾਂ ਤੁਹਾਡਾ ਦਾਸ ਹਾਂ। ਜਨ ਨਾਨਕ, ਜਿਹੜੇ ਜਿਹੜਿਆਂ ਨੇ ਵੀ ਉਸ ਹੁਕਮ ਨੂੰ ਜਾਣਿਆ ਹੋਇਆ, ਉਹ ਸਾਰੇ ਨਾਨਕੀ ਨੇ। ਜਿਨ੍ਹਾਂ ਨੇ ਵੀ ਹੁਕਮ ਨੂੰ ਜਾਣਿਆ, ਨਾਨਕ ਦਾ ਭਾਵ ਹੁੰਦਾ ਜਿਨ੍ਹਾਂ ਦੇ ਵਿੱਚ ਏਕਤਾ ਹੋਵੇ, ਇੱਕੋ ਜਿਹੀ ਹੋਣ, ਉਹ ਸਾਰੇ ਨਾਨਕੀ ਹੁੰਦੇ ਨੇ। ਭਗਤ ਵੀ ਨਾਨਕੀ ਸੀ, ਪਾਤਸ਼ਾਹੀਆਂ ਵੀ ਸਾਰੀਆਂ ਨਾਨਕੀ ਨੇ। ਦਾਸ ਤੁਮਾਰੇ ਜੀ, ਉਹ ਸਾਰੇ ਦਾਸ ਹੀ ਨੇ ਤੇਰੇ, ਹੁਕਮ ਦੇ ਹੀ ਦਾਸ ਨੇ ਸਾਰੇ। ਹਾਂ ਕੋਲੀ ਜੀ ਉਹ ਕੋਲ ਕਮਾਈ,
ਕਹਿੰਦੇ ਹੁਣ ਮੈਨੂੰ ਬੜੀ ਪ੍ਰਸੰਨਤਾ ਹੈ, ਬੜਾ ਮੈਂ ਆਨੰਦ ਚ ਹਾਂ। ਜਨ ਨਾਨਕ ਦਾਸ ਤੁਮਾਰੇ ਜੀ, ਕਿਉਂਕਿ ਮੈਂ ਤੁਹਾਡਾ ਦਾਸ ਹਾਂ, ਮੈਂ ਤੁਹਾਡਾ ਸੇਵਕ ਹਾਂ। ਪੰਨਾ 319 ਉੱਪਰ ਵੀ ਪਾਤਸ਼ਾਹ ਕਹਿੰਦੇ ਸ਼ਲੋਕ ਮਹੱਲਾ ਪੰਜਵਾਂ, ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿੰਨਾ ਚਿਰ ਹਿਰਦੇ 'ਚ ਸਾਸ ਚੱਲਦਾ ਹੈ ਉਨਾ ਚਿਰ ਗਿਰਾਸ, ਗਿਰਾਸ ਹੁੰਦਾ ਨਾਮ ਧਨ, ਹੁਕਮ ਨਾ ਵਿਸਰੈ, ਉਨਾ ਚਿਰ ਨਹੀਂ ਵਿਸਰਾ। ਹਰ ਨਾਮਾ, ਜਿਹੜਾ ਹਰ ਤੋਂ ਹੁਕਮ ਆ ਰਿਹਾ ਨਾ ਨਾਮੇ ਦੇ ਰੂਪ ਦੇ ਵਿੱਚ, ਬੀਜ ਦੇ ਰੂਪ ਦੇ ਵਿੱਚ, ਮਨ ਮੰਤ, ਉਹ ਮਨ ਦਾ ਮੰਤਰ ਹੈ, ਉਹ ਮਨ ਦੀ ਸਿੱਖਿਆ ਹੈ, ਮਨ ਨੂੰ ਭਾਣੇ 'ਚ ਰੱਖਣ ਲਈ ਪ੍ਰੇਰਿਤ ਕਰਦਾ ਹੈ। ਮਨ ਵਿੱਚ ਮੰਤ ਸਿੱਖਿਆ, ਨਿਰਾਕਾਰੀ ਸਿੱਖਿਆ। ਧਨ ਸੇ ਸੇਈ ਨਾਨਕਾ, ਐਸ ਸਰੀਰ ਦੇ ਅੰਦਰ ਉਹ ਜੀਵ ਆਤਮਾਵਾਂ ਸੱਚਖੰਡ ਦੀ ਦ੍ਰਿਸ਼ਟੀ ਤੋਂ ਧਨ ਨੇ। ਪੂਰਨ ਸੋਈ ਸੰਤ, ਕਿਉਂਕਿ ਉਹ ਪੂਰੀ ਸੋਝੀ ਦੇ ਮਾਲਕ ਨੇ, ਉਹ ਸੰਤ ਨੇ ਜਿਨ੍ਹਾਂ ਕੋਲ ਪੂਰੀ ਸੋਝੀ ਹੈ। ਹੁਣ ਪੂਰੀ ਸੋਝੀ ਤਾਂ ਪੰਜਵੇਂ ਪਾਤਸ਼ਾਹ ਕੋਲ ਸੀਗੀ। ਦਰਗਾਹ ਦੀ ਦ੍ਰਿਸ਼ਟੀ ਤੋਂ ਸੰਤ ਹੈ, ਸਾਡੀ ਦ੍ਰਿਸ਼ਟੀ ਤੋਂ ਕੁਛ ਵੀ ਹੋਵੇ ਉਹਦੇ ਜਵਾਬ ਦੇ ਅਸੀਂ ਹੋਵਾਂਗੇ। ਸ਼ੁੱਧ ਸਰੂਪ ਨੇ, ਉਹ ਸੰਤ ਨੇ, ਇੱਕ ਨੇ। 476 ਪੰਨੇ ਉੱਪਰ ਵੀ ਆਸਾ ਰਾਗ ਵਿੱਚ ਵੀ ਪਾਤਸ਼ਾਹ ਕਹਿੰਦੇ, ਗੱਜ ਸਾਢੇ ਤ੍ਰੈ ਤ੍ਰੈ ਧੋਤੀਆਂ, ਤੇਰੇ ਪਾਏ ਨ ਤੱਗ, ਗਲੀ ਜਨਾਂ ਜਪਮਾਲੀਆਂ, ਲੋਟੇ ਹੱਥ ਨ ਵੱਗ। ਹੁਣ ਇਹ ਵੀ ਸੰਤ ਕਹਾਉਂਦੇ ਸੀ ਆਪਣੇ ਆਪ ਨੂੰ ਵੀ ਅਸੀਂ ਵੀ ਸੰਤ ਹਾਂ। ਉਹ ਹਰ ਕੇ ਸੰਤ ਨਾ ਆਖੀਐ, ਬਹਨਾਰਸ ਕੀ ਠੱਗ। ਕਹਿੰਦੇ ਵੀ ਸੰਤ ਹੈਗੇ ਜ਼ਰੂਰ, ਇਹ ਹਰ ਕੇ ਸੰਤ ਨਹੀਂ। ਇਹਦਾ ਮਤਲਬ ਹਰ ਕਾ ਸੰਤ ਕੋਈ ਹੋਰ ਹੁੰਦਾ, ਵੈਸੇ ਸੰਤ ਕੋਈ ਹੋਰ। ਦੋਨੇ ਗੱਲਾਂ ਦਾ ਪਟੰਤਰਾ ਕਰਤਾ ਇੱਥੇ ਪਰਮੇਸ਼ਰ ਨੇ, ਵੀ ਇਹ ਵੀ ਸੰਤ ਨੇ ਪਰ ਮੇਰੇ ਸੰਤ ਨਹੀਂ ਹੈਗੇ, ਭਾਵ ਕਿ ਮੇਰੇ ਹੁਕਮ 'ਚ ਨਹੀਂ ਹੈਗੇ, ਹੁਕਮੀ ਬੰਦੇ ਨਹੀਂ ਹੈ। ਕਹਿੰਦੇ ਜ਼ਰੂਰ ਹੈ ਵੀ ਸਾਰਾ ਕੁਝ ਹੁਕਮ 'ਚ ਹੀ ਹੋ ਰਿਹਾ, ਪਰ ਮੰਨਦੇ ਨਹੀਂ। ਕਹਿਣ ਨਾਲ ਤਾਂ ਕੁਛ ਨਹੀਂ ਹੁੰਦਾ ਨਾ, ਗੱਲ ਮੰਨੋ ਵੀ ਫੇਰ ਹੀ ਹੈ ਨਾ। ਜੇ ਤੁਸੀਂ ਇਹ ਗੱਲ ਕਹਿੰਦੇ ਵੀ ਸਾਰਾ ਕੁਝ ਹੁਕਮ 'ਚ ਹੋ ਰਿਹਾ, ਫਿਰ ਤੁਸੀਂ ਆਪਣੀ ਹੋਂਦ ਕਿਉਂ ਨਹੀਂ ਗਵਾਉਂਦੇ? ਆਪਣੀ ਹੋਂਦ ਵੀ ਬਰਕਰਾਰ ਰੱਖਦੇ ਹੋ, ਮੇਰੀ ਵੀ ਬਰਕਰਾਰ ਰੱਖਦੇ ਹੋ, ਫਿਰ ਤਾਂ ਦੋ ਬਣਦੇ ਹੋ ਨਾ, ਇੱਕ ਥੋੜ੍ਹਾ ਬਣਦੇ। ਭਗਤ ਤਾਂ ਇੱਕ ਬਣਦਾ, ਦੋ ਬਣਦੇ ਹੀ ਨਹੀਂ। ਉਹ ਹਰ ਕੇ ਸੰਤ ਨਾ ਆਖੀਏ, ਕਹਿੰਦੇ ਹਰ ਕੇ ਸੰਤ ਨਹੀਂ ਹੈ, ਇਹ ਬਾਨਾਰਸ ਕੇ ਠੱਗ, ਇਹ ਬਿਨਾਂ ਹੀ ਰਾਸੀ ਤੋਂ ਨੇ, ਇਹਨਾਂ ਕੋਲੋਂ ਨਾਮ ਧਨ ਨਹੀਂ ਹੈ, ਇਹ ਹੁਕਮ ਹੀ ਨਹੀਂ ਹੈ, ਇਹਨਾਂ ਕੋਲ ਬਾਣਾ ਬਾਣਾ ਹੀ ਹੈ, ਬਾਨਾਰਸ। ਇਹ ਬਾਣੇ ਨਾਲ ਹੀ ਜੁੜੇ ਹੋਏ ਨੇ, ਇਹਨਾਂ ਨੇ ਬਾਣੇ ਨੂੰ ਹੀ ਰਾਸੀ ਬੰਨਿਆ ਵੀ ਸਾਡੇ ਕੋਲ ਬਸ ਆ ਜਿਹੜਾ ਸਰੀਰਕ ਬਾਣਾ ਵੀ ਇਹ ਪਾ ਲਿਆ, ਬਸ ਅਸੀਂ ਸੰਤ ਹੀ ਹਾਂ। ਹੁਣ ਇਹ ਬਾਣੇ ਵਾਲੇ ਹੀ ਨੇ, ਨਾਮ ਧਨ ਵਾਲੇ ਨਹੀਂ ਹੈ। ਪਰ ਜਿਹੜਾ ਹਰ ਕਾ ਸੰਤ ਹੁੰਦਾ ਉਹ ਨਾਮ ਧਨ ਵਾਲਾ ਹੁੰਦਾ, ਉਹਦਾ ਬਾਣਾ ਉਹਦਾ ਨਾਮ ਹੀ ਹੁੰਦਾ, ਉਹਦਾ ਹੁਕਮ ਹੀ ਉਹਦਾ ਸਾਰਾ ਹੁੰਦਾ, ਉਹ ਹੁਕਮ 'ਚ ਹੀ ਰਹਿੰਦੇ। ਸਰੀਰ ਕਰਕੇ ਕੋਈ ਵੱਖਰਾ ਭੇਖ ਨਹੀਂ ਬਣਾਉਂਦੇ। ਉਹ ਕਹਿੰਦੇ ਜਿਹੋ ਜਿਹਾ ਸੰਸਾਰ ਦੇ ਲੋਕ ਹੋਰ ਕੱਪੜਾ ਪਾਉਂਦੇ ਆਪਾਂ ਵੀ ਪਾ ਲੈਂਦੇ ਹਾਂ, ਕੋਈ ਫਰਕ ਨਹੀਂ, ਪਰ ਅਸਲੀ ਬਾਣਾ ਉਹਨਾਂ ਨੇ ਪਾਇਆ ਹੁੰਦਾ। ਐਸੇ ਸੰਤ ਨਾ ਮੋਹ ਕੋ ਪਾਵੇ, ਕਹਿੰਦੇ ਇਹੋ ਜਿਹੇ ਸੰਤ ਪਰਮੇਸ਼ਰ ਕਹਿੰਦਾ ਮੈਨੂੰ ਨਹੀਂ ਚੰਗੇ ਲੱਗਦੇ। ਠੀਕ ਆ, ਸੰਸਾਰ ਨੂੰ ਜ਼ਰੂਰ ਚੰਗੇ ਲੱਗਦੇ, ਸੰਸਾਰ ਤਾਂ ਆਪ ਸੰਤ ਬਣਿਆ ਬੈਠਾ। ਐਸੇ ਸੰਤ ਨਾ ਮੋਹ ਕੋ ਪਾਵੇ, ਡਾਲਾ ਸਿਓ ਪੇਡਾ ਗਟਕਾਵਾ। ਇਹ ਕਹਿੰਦੇ ਇਹ ਤਾਂ ਸਾਰਾ ਦਰਖਤ ਹੀ ਖਾ ਜਾਂਦੇ, ਕੁਛ ਵੀ ਨਹੀਂ ਛੱਡਦੇ, ਭਾਵ ਕਿ ਦੂਜੇ ਦੀ ਮੱਤ ਜਮਾ ਹੀ ਮਾਰ ਦਿੰਦੇ। ਕਹਾਉਂਦੇ ਸੰਤ ਨੇ ਨਿਰਾ ਹੀ ਪ੍ਰਚਾਰ ਮਾਇਆ ਦਾ ਕਰੀ ਜਾਂਦੇ, ਉਹਦੀ ਮੱਤ ਮਾਇਆ ਦੇ ਵਿੱਚ ਇੰਨੀ ਗਰਸ ਦਿੰਦੇ ਆ, ਉਹਦਾ ਜੀਵਨ ਹੀ ਖਤਮ ਕਰਤਾ, ਉਹ ਖਾ ਹੀ ਲਿਆ ਫਿਰ ਉਹਨਾਂ ਨੇ। ਰਹਾਓ ਕਹਿੰਦੇ ਕੋਈ ਸੋਚ ਕੇ ਚੱਲਿਓ, ਪੰਜਵੇਂ ਪਾਤਸ਼ਾਹ
ਬਾਸਨ ਮਾਂਜ ਚਰਾਵੈ ਉੱਪਰ, ਕਾਠੀ ਧੋਏ ਜਲਾਵੈ। ਕਰਦੇ ਕੀ ਨੇ ਕਹਿੰਦੇ, ਬਾਸਨ ਮਾਂਜ ਚਰਾਵੈ ਉੱਪਰ, ਚੁੱਲ੍ਹੇ ਦੇ ਉੱਪਰ ਜੋ ਵੀ ਪੂਰਾ ਐਨ ਲਿਪ ਲੁੱਪ ਕੇ ਭਾਂਡੇ ਸਾਫ਼ ਕਰਕੇ ਲੱਕੜਾਂ ਧੋ ਧੋ ਕੇ ਫੇਰ ਕਿਤੇ ਚੁੱਲ੍ਹੇ 'ਚ ਜਗਾਉਂਦੇ ਆ। ਜਿਹੜੇ ਚੁੱਲ੍ਹੇ 'ਤੇ ਖਾਣਾ ਅੱਜ ਬਣਾ ਲਿਆ ਕੱਲ੍ਹ ਨੂੰ ਨਹੀਂ ਬਣਾਉਣਾ, ਉਹ ਝੂਠਾ ਹੋ ਗਿਆ ਜੀ। ਕਹਿੰਦੇ ਬਾਸਨ ਮਾਂਜ ਚਰਾਵੈ ਉੱਪਰ, ਕਾਠੀ ਧੋਏ ਜਲਾਵੈ। ਕਹਿੰਦੇ ਕੀ ਕਰਦੇ ਆ, ਬਾਸਨ ਮਾਂਜ, ਆ ਜਿਹੜਾ ਸਰੀਰ ਹੈ ਇਹਨੂੰ ਬੜਾ ਮਾਂਜ ਕੇ ਰੱਖਦੇ, ਬੜੇ ਕੱਪੜਿਆਂ ਨੂੰ ਐ ਲਿਸ਼ਕਾ ਕੇ ਰੱਖਦੇ। ਚਰਾਵੈ ਉੱਪਰ, ਫਿਰ ਉੱਤੇ ਕੀ ਚੜਾਉਂਦੇ ਆ, ਕਹਿੰਦੇ ਚੰਦਨ ਲਾਉਂਦੇ ਆ, ਟਿੱਕੇ ਲਾਉਂਦੇ ਆ, ਹਾਰ ਸ਼ਿੰਗਾਰ ਕਰਦੇ ਆ ਐਨ ਪੂਰਾ ਬਣ ਕੇ। ਕਾਠੀ ਧੋਏ ਜਲਾਵਾ, ਕਹਿੰਦੇ ਆ ਕਾਠੀ ਲੱਕੜ ਨੂੰ ਸਰੀਰ ਨੂੰ ਧੋਈ ਜਾਂਦੇ ਆ। ਕਹਿੰਦੇ ਜਲਦੀ ਕਾਹਦੇ, ਚਾਹੇ ਤ੍ਰਿਸ਼ਨਾ ਦੀ ਅੱਗ 'ਚ, ਅੰਦਰ ਤ੍ਰਿਸ਼ਨਾ ਦੀ ਅੱਗ ਮੱਚਦੀ ਹੁੰਦੀ ਹੈ, ਬਾਹਰੋਂ ਉਹਨੇ ਧੋ ਕੇ ਰੱਖੀ ਹੁੰਦੀ ਹੈ। ਤ੍ਰਿਸ਼ਨਾ ਤੀਰ ਚਲਾ ਲੱਗਾ ਕਟ ਪੀਤਰ, ਕਹਿੰਦੇ ਅੰਦਰ ਤੀਰ ਵੱਜਦੇ ਆ ਤ੍ਰਿਸ਼ਨਾ ਦੇ, ਅੱਗ ਭੜਕਦੀ ਹੈ। ਵਸਦਾ ਖੁਦ ਕਰੈ ਦੋਏ ਚੁੱਲ੍ਹੇ, ਸਾਰੇ ਮਾਨਸ ਖਾਵੈ। ਕਹਿੰਦੇ ਦੇਖੋ ਕੀ ਕਰਦੇ ਆ, ਧਰਤੀ ਪੱਟਦੇ ਆ, ਦੋ ਚੁੱਲ੍ਹੇ ਬਣਾਉਂਦੇ ਆ, ਸਾਰੇ ਮਾਨਸ ਖਾਵੈ। ਕਹਿੰਦੇ ਸਾਰੇ ਮਾਨਸਾਂ ਨੂੰ ਖਾ ਖੂ ਕੇ ਨਾ, ਕੈਸੀ ਗੱਲ ਲਿਖੀ ਹੈ, ਐਡੀ ਗੱਲ ਕੋਈ ਕਹਿ ਕੇ ਦਿਖਾਵੇ ਅੱਜ। ਤਾਂ ਜਦੇ ਕਹਿੰਦੇ ਸਾਡੇ ਹਿਰਦੇ ਬਲੂੰਦਰੇ ਗਏ, ਸਾਡੀ ਸ਼ਰਧਾ ਤੋੜਤੀ, ਸਾਡੀ ਭਾਵਨਾ ਤੋੜਤੀ। ਆਹ ਭਾਵਨਾ ਨਹੀਂ ਤੋੜੀਆਂ ਕਿਸੇ ਦੀਆਂ, ਸੱਚ ਨਾ ਕਿਸੇ ਦੀ ਭਾਵਨਾ ਨਹੀਂ ਟੁੱਟਦੀ, ਝੂਠ ਬੋਲਣ ਨਾਲ ਟੁੱਟਦੀ ਹੈ। ਕਹਿੰਦੇ ਵਸਦਾ ਖੋਦ ਕਰੇ ਦੋਏ ਚੁੱਲ੍ਹੇ, ਕਹਿੰਦੇ ਆ ਸਰੀਰ ਨੂੰ ਖੋਦੀ ਜਾਂਦਾ, ਇਹਦੇ ਦੋ ਚੁੱਲ੍ਹੇ ਬਣਾ ਲਏ ਸਰੀਰ ਦੇ, ਅੰਦਰੋਂ ਕੁਛ ਹੋਰ ਬਿਰਤੀ ਹੈ, ਬਾਹਰੋਂ ਕੁਛ ਹੋਰ ਬਿਰਤੀ ਹੈ। ਜਿਨ ਮਨ ਹੋਰ ਮੁਖ ਹੋਰ, ਬਾਹਰੋਂ ਸੰਤ ਬਣਿਆ ਬੈਠਾ ਹੈ, ਉਪਦੇਸ਼ ਦਿੰਦਾ ਹੈ, ਪਰ ਅੰਦਰ ਇੱਛਾ ਮਾਇਆ ਦੀ ਹੈ, ਬੇਕਾਰੀ ਜੀਵਨ ਹੈ, ਵਾਸ਼ਨਾ ਮਨ ਅੰਦਰ, ਭੁੱਖ ਮਾਇਆ ਦੀ ਵਧੀ ਹੋਈ ਹੈ। ਦੋਨੇ ਚੁੱਲ੍ਹਿਆਂ ਤੇ ਤਪਦਾ ਫਿਰੇ, ਬਾਹਰਲੇ ਚੁੱਲ੍ਹੇ ਤੇ ਵੀ ਤਪਦਾ ਹੀ ਹੈ। ਨਾ ਕਿਸੇ ਨੇ ਮੱਥਾ ਟੇਕਿਆ ਤਾਂ ਉਹ ਖਿੱਚ ਜਾਂਦਾ, ਕਿਸੇ ਨੇ ਮੱਥਾ ਟੇਕਦਾ ਤਾਂ ਉਹ ਮਾਇਆ ਨਾਲ ਭੁੱਲ ਜਾਂਦਾ। ਸਾਰੇ ਮਾਨਸ ਖਾਵੈ, ਕਹਿੰਦੇ ਆਪਣੀ ਦੇਹੀ ਨੂੰ ਆਪ ਹੀ ਖਾਈ ਜਾਂਦਾ, ਆਪਣੇ ਭਰਮ 'ਚ ਆਪ ਹੀ ਸੜੀ ਜਾਂਦਾ। ਪਤਾ ਹੀ ਨਹੀਂ ਵੀ ਮੈਂ ਮਰਨਾ, ਸਰੀਰ ਛੱਡ ਕੇ ਜਾਣਾ, ਕਰਨ ਕੀ ਮੈਂ ਆਇਆ, ਕਰੀ ਮੈਂ ਕੀ ਜਾ ਰਿਹਾ, ਲੱਗਿਆ ਕਹਿੰਦੇ ਸਦਾ ਓਏ ਪਾਪੀ ਸਦਾ ਫਿਰੈ ਅਪਰਾਧੀ, ਮੁਖੋਂ ਅਪਰਸ ਕਹਾਵੈ। ਕਹਿੰਦੇ ਓਏ ਪਾਪੀ ਸਦਾ ਫਿਰੈ, ਕਹਿੰਦੇ ਇਹ ਸਭ ਤੋਂ ਵੱਡੇ ਪਾਪੀ ਨੇ। ਪਾਪੀ ਉਹਨੂੰ ਕਹਿੰਦਾ ਦਰਗਾਹ ਪਰਮੇਸ਼ਰ, ਕਿ ਜਿਹੜਾ ਉਹਦੀ ਗੱਲ ਨਹੀਂ ਮੰਨਦਾ, ਉਹਦੇ ਭਾਣੇ 'ਚੋਂ ਬਾਹਰ ਹੈ, ਜਿਹੜਾ ਆਪਣੇ ਆਪ ਹੀ ਸੰਤ ਬਣਿਆ, ਜਿਹਨੂੰ ਕਿਸੇ ਨੇ ਬਣਾਇਆ ਹੀ ਨਹੀਂ। ਸੱਚਖੰਡ ਨੇ ਤਾਂ ਉਹਨੂੰ ਕਿਹਾ ਨਹੀਂ ਵੀ ਤੂੰ ਸੰਤ ਹੈ, ਆਪਣੇ ਆਪ ਹੀ ਸੰਤ ਬਣ ਗਿਆ। ਆਪੂ ਬਣੇ ਸੰਤਾਂ ਦੀ ਗੱਲ ਹੈ, ਜਿਹਨੂੰ ਪਰਮੇਸ਼ਰ ਸੰਤ ਬਣਾਉਂਦਾ ਉਹਦੀ ਗੱਲ ਹੋਰ ਹੈ। ਉਹ ਪਾਤਸ਼ਾਹੀਆਂ ਸੀ, ਭਗਤ ਸਨ, ਉਹਨਾਂ ਵਰਗਾ ਬਣ ਕੇ ਦਿਖਾਵੇ ਕੋਈ। ਉਹ ਨੇ ਦਰਗਾਹ ਤੋਂ ਪ੍ਰਵਾਨਿਤ, ਇਹ ਨੇ ਸਭ ਸੰਸਾਰੀ ਮਾਇਆ ਤੋਂ ਪ੍ਰਵਾਨਿਤ। ਓਏ ਪਾਪੀ ਸਦਾ ਫਿਰੈ ਅਪਰਾਧੀ, ਕਹਿੰਦੇ ਅਪਰਾਧੀ ਨੇ ਮੁੱਖੋਂ ਅਪਰਸ ਕਹਾਵਾ, ਕਹਿੰਦੇ ਮੁੱਖੋਂ ਜ਼ਰੂਰ ਕਹਾਉਂਦੇ ਆ ਵੀ ਅਸੀਂ ਬੜੇ ਵਧੀਆ, ਆਪਣੀ ਵਡਿਆਈ ਆਪ ਹੀ ਕਰੀ ਜਾਂਦੇ ਆ, ਸੇਵਾਦਾਰਾਂ ਨਾਲ ਕਰੀ। ਦੇਖਿਆ ਨਾ ਮੈਂ ਫਲਾਣੇ ਨੂੰ ਐਂ ਕਿਹਾ ਸੀਗਾ, ਬੱਚਾ ਹੋ ਗਈ ਨਾ ਗੱਲ ਪੂਰੀ। ਫਲਾਣੇ ਦੇ ਘਰੇ ਆਪਾਂ ਆਪ ਪਾਠ ਕਰਕੇ ਆਏ ਸੀ, ਆਪਾਂ ਉੱਥੇ ਸਾਖੀ ਸੁਣਾਈ, ਕੀਰਤਨ ਕੀਤਾ, ਲੋਕ ਬੜੇ ਕਿੰਨੇ ਖੁਸ਼ ਸੀ। ਉਹ ਕਹਿੰਦੇ ਸੀ ਬਾਬਾ ਜੀ ਅੱਜ ਸਾਖੀ ਬੜੀ ਸੋਹਣੀ ਸੁਣਾਈ। ਆਪਣੀਆਂ ਆਪ ਹੀ ਵਡਿਆਈਆਂ ਕਰੀ ਜਾਂਦੇ ਆ, ਜਾਂ ਸੇਵਾਦਾਰ ਕਰੀ ਜਾਣਗੇ। ਅੱਜ ਬਾਬਾ ਜੀ ਤੁਸੀਂ ਬਚਨ ਸੁਣਾਇਆ, ਸਿਰਾ ਹੀ ਕਰਤਾ, ਸੰਗਤ ਐਂ ਬੈਠੀ ਸੀ ਚੁੱਪ ਕਰੀ ਬੈਠੀ, ਕੋਈ ਰੋਇਆ, ਜਵਾਕ ਵੀ ਨਹੀਂ ਬੋਲਿਆ, ਵੀ ਇਹ ਕੋਈ ਵੱਡੀ ਗੱਲ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ। ਤੁਸੀਂ ਉਹ ਗੱਲ ਦੱਸੋ ਕਿ ਤੁਹਾਡੇ ਨਾਲ ਕਿਹਦਾ ਜੀਵਨ ਬਦਲਿਆ ਹੋਵੇ, ਕੋਈ ਸੰਸਾਰ 'ਚੋਂ ਮਾਇਆ ਛੱਡੀ ਹੋਵੇ ਕਿਸੇ ਨੇ। ਨਹੀਂ ਤੁਹਾਨੂੰ ਅਸੀਂ ਦਿਖਾਉਂਦੇ ਜਿਹੜੇ ਅਸਲੀ ਸੰਤ ਨੇ, ਹਰਕੇ ਸੰਤ ਨੇ, ਕਿ ਜਿਨ੍ਹਾਂ ਦੀ ਸ਼ਰਨ ਵਿੱਚ ਜਾ ਕੇ ਮਾਇਆ ਵਾਲਾ ਨੇੜੇ ਵੀ ਨਹੀਂ ਆਉਂਦਾ। ਅੱਜ ਵੀ ਹੈਗੇ, ਇਹ ਨਹੀਂ ਕਿ ਨਹੀਂ ਹੈਗੇ, ਅੱਜ ਵੀ ਹੈਗੇ। ਜੇ ਪਰਮੇਸ਼ਰ ਅੱਜ ਹੈ ਤਾਂ ਪਰਮੇਸ਼ਰ ਦਾ ਭਗਤ ਵੀ ਅੱਜ ਹੈ। ਇਹ ਨਹੀਂ ਹੋ ਸਕਦੇ ਕਿ ਭਗਤ ਹੁੰਦਾ ਨਹੀਂ ਹੈ, ਸਦਾ ਹੀ ਹੁੰਦਾ। ਉਹ ਦੇਖਦੇ ਆ ਬੈਠੇ ਵੀ ਕਰਦੇ ਕੀ ਹੈ। ਪਰਮੇਸ਼ਰ ਕਹਿੰਦਾ ਤਮਾਸ਼ਾ ਦੇਖੋ, ਅਜੇ ਦੇਖਣ ਆਇਓ ਜਗ ਤਮਾਸ਼ਾ, ਕਹਿੰਦੇ ਤਮਾਸ਼ਾ ਦੇਖੋ। ਕਹਿੰਦੇ ਚੰਗੀ ਤਰ੍ਹਾਂ ਇਹਨਾਂ ਨੂੰ ਤੋੜ ਉਡਾਉਣ ਦਿਓ,
ਲਾਉਣ ਦੇ ਉਹਨਾਂ ਨੂੰ ਸਮਾਂ। ਭਗਤ ਨੇ ਬਸ ਆਉਂਦੇ ਨੇ, ਇੱਕੋ ਹੀ ਤੀਰ ਛੱਡਣਾ ਉਹਨੇ, ਇੱਕੋ ਹੀ ਗੱਲ ਕਹਿਣੀ ਆ, ਸਾਰੀ ਧੂੜ ਖਤਮ। ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਗੱਲ ਆਖੀ ਸੀ ਕਾਜੀ ਨੂੰ, ਕਹਿੰਦੇ ਲੱਖ ਪਤਾਲਾ ਪਤਾਲ, ਲੱਖ ਆਗਾਸਾਂ ਆਗਾਸ। ਸਾਰਾ ਇਸਲਾਮ ਦਾ 1.25 ਲੱਖ ਪੈਗੰਬਰ ਧਰਤੀ ਤੇ ਬਿਠਾਤਾ ਸੀ ਲਿਆ ਕੇ, ਅਸਮਾਨ ਨੂੰ ਚੜ੍ਹੇ ਹੋਏ ਸੀ। ਆਏ ਆਉਂਦਾ ਭਗਤ ਪ੍ਰਗਟ ਹੋ ਕੇ, ਉਹ ਬੈਠਾ ਦੇਖਦਾ ਇਹਨਾਂ ਨੂੰ ਵੀ ਕੋਈ ਨਹੀਂ, ਫਿਰ ਇਹਦਾ ਪਾਜ ਉਧੇੜਦਾ ਸਾਰਿਆਂ ਦੇ ਸਾਹਮਣੇ, ਨੰਗੇ ਕਰ ਦਿੰਦਾ, ਲੋਕਾਂ ਨੂੰ ਦੱਸਦਾ ਵੀ ਆਹ ਹੈ ਤੁਹਾਡਾ ਰੱਬ, ਤੁਹਾਡਾ ਜਿਹੜਾ ਸੰਤ ਬਣਾਇਆ ਹੋਇਆ ਇਹਦੇ 'ਚ ਇੰਨਾ ਕੁ ਕੁਛ ਹੈ, ਔਰ ਜਿਹੜਾ ਪਰਮੇਸ਼ਰ ਦਾ ਸੰਤ ਆ ਉਹ ਆਇਆ, ਸਾਹਮਣੇ ਆਓ। ਮੁੱਖੋਂ ਆ ਪਰਸ ਕਹਾਵੈ, ਸਦਾ ਸਦਾ ਫਿਰੈ ਅਭਿਮਾਨੀ, ਸਗਲੇ ਕੁਟੰਬ ਡਵਾਵਾ। ਕਹਿੰਦੇ ਸਦਾ ਸਦਾ ਫਿਰੈ ਅਭਿਮਾਨੀ, ਕਹਿੰਦੇ ਸਦਾ ਹੀ ਹੰਕਾਰ 'ਚ ਭਰਿਆ ਫਿਰਦਾ, ਅਭਿਮਾਨ 'ਚ ਭਰਿਆ ਫਿਰਦਾ, ਸਗਲੇ ਕੁਟੰਬ ਡਵਾਵਾ। ਸਾਰੇ ਪਰਿਵਾਰ ਡੋਬ ਕੇ ਰੱਖ ਦਿੰਦਾ, ਆਪਣੇ ਪਰਿਵਾਰ ਨੂੰ ਤਾਂ ਡੋਬਦਾ ਹੀ ਡੋਬਦਾ, ਦੂਜਿਆਂ ਦੇ ਪਰਿਵਾਰਾਂ ਨੂੰ ਵੀ ਨਾਲ ਡੋਬ ਦਿੰਦਾ, ਕਿਉਂਕਿ ਉਹਦੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਉਹਨਾਂ ਨੂੰ ਵੀ ਭਰਮ ਹੁੰਦਾ ਵੀ ਸਾਡਾ ਤਾਂ ਹੈਗਾ ਵਾ, ਸਾਨੂੰ ਤਾਂ ਇਹਨੇ ਲੈ ਹੀ ਜਾਣਾ ਦਰਗਾਹ 'ਚ, ਇਹਦੇ ਹੁੰਦੇ ਸਾਨੂੰ ਤਾਂ ਕਰਨ ਦੀ ਕੋਈ ਲੋੜ ਹੀ ਨਹੀਂ। ਵੀ ਸੰਤਾਂ ਦੀਆਂ 21 ਕੁੱਲਾਂ ਤਰ ਜਾਂਦੀਆਂ ਨੇ, ਉੱਥੇ ਬਚਨ ਇੱਕ ਹੀ ਸ਼ਬਦ ਹੈ, ਇਹਨਾਂ ਨੇ 21 ਬਣਾ ਲਿਆ, ਉੱਥੇ ਬਿਹਾਰੀ ਲੱਗੀ ਹੈ 21 ਹੀ, ਇੱਕੋ ਹੀ ਕੁੱਲ ਹੈ, ਹੁਕਮ ਹੀ ਆ ਸਾਰਿਆਂ ਦੀ ਕੁੱਲ, ਹੁਕਮ 'ਚੋਂ ਹੀ ਸਾਰਾ ਕੁਛ ਤਾਂ ਪੈਦਾ ਹੁੰਦਾ। 21 ਕੁੱਲਾਂ ਕਿਵੇਂ ਬਣ ਗਈਆਂ? ਕੀ 21 ਹੁਕਮ ਨੇ? ਇੱਕ ਹੀ ਇੱਕੋ ਹੀ ਕੁੱਲ ਹੈ, ਇੱਕ ਹੁਕਮ 'ਚੋਂ ਸਾਰੀ ਸ੍ਰਿਸ਼ਟੀ ਤਾਂ ਪੈਦਾ ਹੋਈ ਹੈ। ਫਿਰ ਜੀ ਜੋ ਪੈਦਾ ਹੁੰਦਾ ਉਹ ਇੱਕੋ ਹੀ ਮਾਂ ਬਾਪ ਹੁੰਦਾ ਕਿ 21 ਮਾਂ ਬਾਪ ਹੁੰਦੇ ਆ? ਪਤਾ ਹੀ ਨਹੀਂ ਕੀ ਕੀ ਅਰਥ ਕਰਕੇ ਸਾਡੇ ਗੁਰਬਾਣੀ ਦੇ ਅਸੀਂ ਇਹੋ ਜਿਹਾ ਕੁਛ ਲੋਕਾਂ ਨੂੰ ਆਪਣਾ ਪ੍ਰਚਾਰ ਕਰਨ ਵੀ ਸਾਡੀ ਕੁੱਲ ਦਾ ਸਤਿਕਾਰ ਹੋਵੇ। ਜੇ ਫਿਰ 21 ਕੁੱਲਾਂ ਹੀ ਤਰਦੀਆਂ ਨੇ ਤਾਂ ਫਿਰ ਗੁਰੂ ਨਾਨਕ ਸਾਹਿਬ ਦੀ ਕੁੱਲ ਦੇ ਵਿੱਚ ਤਾਂ ਸ੍ਰੀ ਚੰਦ ਸੀ, ਫਿਰ ਕਿਉਂ ਨਾ ਦਾਤ ਮਿਲ ਗਈ? ਦੂਜੇ ਪਾਤਸ਼ਾਹ ਦੀ ਕੁੱਲ 'ਚ ਹੀ ਸੀ, ਦਾਤੂ ਦਾਸੂ ਜੀ ਕਿਉਂ ਨਾ ਦਾਤ ਮਿਲੀ? ਮੋਹਨ ਮੋਹਰੀ ਜੀ ਤੀਜੇ ਪਾਤਸ਼ਾਹ ਦੀ ਕੁੱਲ ਸੀ, ਕਿਉਂ ਨਾ ਦਾਤ ਮਿਲ ਗਈ? ਚੌਥੇ ਪਾਤਸ਼ਾਹ ਦੀ ਕੁੱਲ ਸੀ ਪ੍ਰਿਥੀ ਚੰਦ ਮਹਾਦੇਵ, ਕਿਉਂ ਨਾ ਦਾਤ ਮਿਲ ਗਈ? ਗੁਰਬਾਣੀ ਹੈ, ਸੱਚਖੰਡ 'ਚ ਇਹ ਨਹੀਂ ਅੱਗੇ ਮੁਰੇ ਖੜਨਾ ਵੀ ਆ ਜਾਓ, ਮੈਨੂੰ ਵੀ ਤੁਸੀਂ ਗੁਰੂ ਮੰਨਦੇ ਸੀ, ਆਓ ਬੈਠੋ ਕਰੋ ਗੱਲ ਮੇਰੇ ਨਾਲ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਹੈ ਮੇਰੇ ਮਨਾ ਕਪਟ ਨਾ ਕਰ, ਅੰਤ ਨਵੇਰਾ ਤੇਰੇ ਜੀਵ ਹੈ। ਤੈਨੂੰ ਪੁੱਛਣਾ ਉਹਨਾਂ ਨੇ, ਉੱਥੇ ਕਿਸੇ ਨੇ ਨਹੀਂ ਖੜਨਾ, ਵਿੱਚ ਨਾ ਕੋਈ ਕਰ ਸਕਾ ਕਿਸ ਤੈ ਰੋਵੈ ਰੋਜ਼, ਉੱਥੇ ਨਹੀਂ ਕਿਸੇ ਨੇ ਖੜਨਾ, ਉੱਥੇ ਤੂੰ ਇਕੱਲਾ ਖੜੇਗਾ, ਜਾਂ ਤੇਰਾ ਗੁਰੂ ਗੁਰਬਾਣੀ ਹੋਊਗੀ, ਕਿਉਂਕਿ ਗੁਰਬਾਣੀ ਨੂੰ ਗੁਰੂ ਮੰਨਦਾ, ਇਹ ਨਹੀਂ ਖੜਨਾ। ਕਹਿਣਾ ਮੈਂ ਦੱਸ ਕਦੋਂ ਤੈਨੂੰ ਕਿਹਾ ਵੀ ਇਸ ਤਰ੍ਹਾਂ ਕਰ ਤੂੰ? ਨਹੀਂ ਜੀ ਮੈਂ ਤਾਂ ਸੁਣਿਆ ਸੀ। ਉਹ ਕਹਿੰਦੇ ਫਿਰ ਗੁਰੂ ਮੈਂ ਸੀ ਜਾਂ ਉਹ ਸੀ? ਜੀ ਤੂੰ ਸੁਣਿਆ ਫਿਰ ਜਾਂ ਤਾਂ ਤੂੰ ਉਹਨੂੰ ਗੁਰੂ ਮੰਨਿਆ, ਵੀ ਮੈਨੂੰ ਤਾਂ ਨਹੀਂ ਨਾ ਮੰਨਿਆ। ਇੱਕ ਨੂੰ ਗੁਰੂ ਤਾਂ ਇੱਕੋ ਹੀ ਹੁੰਦਾ ਕਿ ਗੁਰੂ ਬਹੁਤ ਹੁੰਦੇ? ਨਹੀਂ ਜੀ ਗੁਰੂ ਤਾਂ ਇੱਕੋ ਹੀ ਹੁੰਦਾ। ਉਹ ਕਹਿੰਦਾ ਫਿਰ ਇੱਕ ਹੁੰਦਾ, ਫਿਰ ਮੈਂ ਹਾਂ ਜਾਂ ਉਹ ਹੈ? ਨਹੀਂ ਜੀ ਗੁਰੂ ਤਾਂ ਤੁਸੀਂ ਹੋ। ਕਹਿੰਦੇ ਫਿਰ ਮੇਰੀ ਗੱਲ ਮੰਨੀ ਨਹੀਂ, ਇਹ ਜੀ ਗਲਤੀ ਹੋ ਗਈ। ਕਹਿੰਦੇ ਫਿਰ ਗਲਤੀ ਦੀ ਸਜ਼ਾ ਜਦ ਜੀ ਦੇ ਦਿਓ, ਲੈਣੀ ਉਹ ਪੈਣੀ ਹੈ। ਕਹਿੰਦਾ ਜਿਹੜਾ ਮਰਜ਼ੀ ਸਰੀਰ ਚੁਣ ਲਾ, ਬਸ ਸ਼ੁਰੂ ਹੋ ਜਾ ਉੱਥੋਂ, ਚਲੀ ਚੱਲ, ਫਿਰ ਬੰਦਾ ਬਣੇਗਾ, ਫਿਰ ਮੈਂ ਤੈਨੂੰ ਟੱਕਰੂ ਉੱਥੇ, ਫਿਰ ਮੇਰੀ ਗੱਲ ਮੰਨੀ। ਕਹਿੰਦਾ ਜੀ ਮੰਨੂਗਾ। ਦੁਬਾਰਾ ਫਿਰ ਆ ਜਾਂਦਾ, ਫਿਰ ਉਹੀ ਹਾਲ ਹੈ। ਸੋ ਤਾਂ ਪਾਤਸ਼ਾਹ ਨੇ ਵੀ ਕਿਹਾ, ਪਹੀ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਵਾਰੀ, ਇਹ ਵਾਰੀ ਹੈ ਤੇਰੀ। ਫਿਰ ਚੇਤੇ ਕਰਾਉਂਦਾ ਗੁਰੂ ਆਖੇ ਵੀ ਤੇਰੀ ਵਾਰੀ ਹੈ, ਮੇਰੀ ਗੱਲ ਮੰਨ ਲੈ, ਮੈਂ ਤੈਨੂੰ ਕੁਛ ਨਹੀਂ ਚਾਹੁੰਦਾ। ਗੁਰੂ ਕਹਿੰਦਾ ਮੈਨੂੰ ਕੱਖ ਨਹੀਂ ਚਾਹੀਦਾ, ਸਾਰਾ ਕੁਝ ਤਾਂ ਮੇਰਾ ਪੈਦਾ ਕੀਤਾ ਹੋਇਆ, ਤੇ ਮੇਰੀਆਂ ਚੀਜ਼ਾਂ ਲਿਆ ਲਿਆ ਕੇ ਤੂੰ ਮੇਰੇ ਸਾਹਮਣੇ ਰੱਖੀ ਜਾਂਦਾ, ਤੇ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਇਹ ਤਾਂ ਮੈਂ ਹੀ ਪੈਦਾ ਕੀਤੀਆਂ ਨੇ। ਬਸ ਮੈਨੂੰ ਇੱਕ ਚੀਜ਼ ਦੀ ਲੋੜ ਹੈ ਕਿ ਤੂੰ ਮੇਰੀ ਗੱਲ ਮੰਨ ਲੈ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਕਿ ਜਿਹੜਾ ਮੇਰਾ ਵਚਨ ਹੈ ਉਹਨੂੰ ਤੂੰ ਆਪਣੇ ਜੀ ਨਾਲ ਬੰਨ ਲੈ, ਬਸ ਹੋਰ ਕੁਛ ਨਹੀਂ ਚਾਹੀਦਾ। ਮੈਨੂੰ ਸਾਰਾ ਕੁਛ ਮਿਲ ਗਿਆ ਜੇ ਤੂੰ ਮੇਰਾ ਵਚਨ ਮੰਨ ਲਵੇ। ਇਹ ਕਹਿੰਦਾ ਜੀ ਦੱਸੋ ਵਚਨ? ਉਹ ਕਹਿੰਦੇ ਵੀ ਝੂਠ ਨਾ ਬੋਲ। ਕਹਿੰਦਾ ਜੀ ਠੀਕ ਹੈ।
ਬਚਨ ਵੀ ਸੁਣ ਲਿਆ ਗੁਰੂ ਤੋਂ, ਪਰ ਮਨ ਫੇਰ ਨਹੀਂ ਰਿਹਾ। ਚੱਲ ਰਿਹਾ। ਸੋ ਸਦਾ ਸਦਾ ਫਿਰੈ ਅਭਿਮਾਨੀ, ਸਗਲ ਕੁਟੰਬ ਡੁਬਾਵੈ। ਸਾਰਾ ਹੀ ਡੋਬ ਕੇ ਰੱਖ ਲਿਆ ਆਪਣਾ ਆਪਾ, ਆਪਣਾ ਕੁਟੰਬ ਡੁਬੋਇਆ ਇਹਨੇ। ਆਪਣਾ ਪਰਿਵਾਰ ਕੀ ਹੈ? ਮਨ ਬੁੱਧ ਚਿੱਤ, ਇਹ ਡੁਬੋ ਕੇ ਬੈਠ ਗਿਆ, ਭਾਵ ਸਾਗਰ 'ਚ ਹੀ ਰਹਿ ਗਿਆ। ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਤੈਸੇ ਕਰਮ ਕਮਾਵੇ। ਕਹਿੰਦੇ ਜਿਹੋ ਜਿਹਾ ਕਿਸੇ ਨੇ ਆਪਣੀ ਸੋਚ ਨੂੰ ਲਾ ਲਿਆ। ਹੁਣ ਇਹ ਨਹੀਂ ਕਿ ਪਰਮੇਸ਼ਰ ਨੇ ਲਾਇਆ ਹੋਇਆ, ਪਰਮੇਸ਼ਰ ਦਾ ਭਲਾ ਚਾਹੁੰਦਾ, ਉਹ ਤਾਂ ਕਹਿੰਦਾ ਆਓ ਵਾਪਸ। ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਜਿੱਥੇ ਜਿੱਥੇ ਅਸੀਂ ਆਪਣਾ ਮਨ ਲਾ ਲਿਆ ਉੱਥੇ ਲੱਗ ਗਏ। ਅਸੀਂ ਗੁਰਬਾਣੀ ਦੀ ਗੱਲ ਮੰਨ ਨਹੀਂ ਸਕਦੇ, ਪਰ ਅਸੀਂ ਨਹੀਂ ਮੰਨਣਾ ਚਾਹੁੰਦਾ। ਗੁਰੂ ਦੀ ਗੱਲ, ਉਹ ਗੁਰੂ ਨੇ ਕਹਿਤਾ ਵੀ ਇਹ ਗੱਲ ਮੰਨੋ, ਮੰਨ ਲਓ, ਨਹੀਂ ਮੰਨਣੀ ਤਾਂ ਵੀ ਕੋਈ ਗੱਲ ਨਹੀਂ। ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਤੈਸੇ ਕਰਮ ਕਮਾਵੇ। ਕਹਿੰਦੇ ਫਿਰ ਉਹ ਜੀ ਸੋਚ ਬਣੀ ਜਾਂਦੀ ਹੈ। ਫਿਰ ਪਰਮੇਸ਼ਰ ਉੱਧਰੋਂ ਇਹਦਾ ਵੀ ਠੀਕ ਆ ਭਾਈ, ਜੇ ਤੂੰ ਆਹੀ ਕੁਛ ਕਰਨਾ ਚਾਹੁੰਦਾ ਇੱਧਰ ਨੂੰ ਸਹੀ, ਸਾਨੂੰ ਕੀ ਤਕਲੀਫ ਤਾਂ ਤੈਨੂੰ ਹੀ ਹੈ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੇ। ਆ ਦੇਖੋ, ਕਹੋ ਕਬੀਰ, ਪਰਮੇਸ਼ਰ ਕਹਿ ਰਿਹਾ ਕਿ ਜਿਸ ਸਤਿਗੁਰ ਭੇਟੈ, ਸਤਿਗੁਰ ਦੇ ਅੱਗੇ ਭੇਟਾ ਹੋਣੀ ਹੈ। ਕਹਿੰਦੇ ਜੇ ਤੇਰਾ ਆਪਣਾ ਮਨ ਸੱਚ ਦੀ ਸੋਝੀ ਪ੍ਰਾਪਤ ਕਰਨੀ ਚਾਹੁੰਦਾ ਹੈ, ਜੇ ਤੇਰੇ ਅੰਦਰ ਭੁੱਖ ਹੈਗੀ ਕਿ ਮੈਨੂੰ ਹੁਕਮ ਦੀ ਸੋਝੀ ਆਵੇ, ਮੈਂ ਭਾਣੇ ਵਿੱਚ ਰਹਿਣਾ, ਕਹਿੰਦੇ ਫਿਰ ਭੇਟਾ, ਫਿਰ ਕਹਿੰਦੇ ਉਹਦੇ ਨਾਲ ਜੁੜ ਜਾ, ਉਹਦੇ ਅੱਗੇ ਭੇਟਾ ਹੋ ਜਾ। ਉਹਦੀ ਕੀ ਪ੍ਰਾਪਤੀ ਹੈ? ਜੇ ਤੂੰ ਭੇਟਾ ਹੋ ਜਾਵੇਂ ਆਪਣੇ ਮੂਲ ਦੇ ਅੱਗੇ, ਗੁਰਬਾਣੀ ਦੇ ਇੱਕ ਇੱਕ ਵਚਨ ਨੂੰ ਆਪਣੇ ਹਿਰਦੇ 'ਚ ਧਾਰ ਕੇ ਮੰਨਣ ਲੱਗ ਜਾਵੇਂ, ਪ੍ਰਾਪਤੀ ਕੀ ਹੈ? ਨਾਲ ਹੀ ਪ੍ਰਾਪਤੀ ਹੈ। ਇਹ ਨਹੀਂ ਵੀ ਅੱਜ ਕੁਛ ਕੀਤੇ ਪ੍ਰਾਪਤੀ ਫੇਰ ਹੋਣੀ ਹੈ, ਨਾਲ ਹੀ ਪੁੰਨ ਰਿਪ ਜਨਮ ਨਾ ਆਵੇ। ਮੁੜ ਕੇ ਤੂੰ ਇਹ ਸਰੀਰ 'ਚ ਨਹੀਂ ਆਉਣਾ ਹੈਗਾ। ਐਸ ਸਰੀਰ 'ਚ ਰਹਿੰਦਾ ਰਹਿੰਦੇ ਸਰੀਰ ਤੋਂ ਪਰੇ ਹੋ ਜਾਂਦਾ ਹੈ। ਇਹ ਪ੍ਰਾਪਤੀ ਹੈ ਸੰਤ ਦੀ, ਜਿਹੜੀ ਜੀਵਾਤਮਾ ਇੱਥੇ ਇੱਕ ਹੋ ਜਾਂਦੀ ਹੈ, ਹੁਕਮ 'ਚ ਆ ਜਾਂਦੀ ਹੈ, ਭਾਣੇ ਵਿੱਚ ਰਹਿੰਦੀ ਹੈ। ਆਸਾ ਕਬੀਰ ਜੀ ਕਹਿੰਦੇ ਹਨ 484 ਪੰਨੇ ਦੇ ਉੱਪਰ, ਆਸਾ ਭਗਤ ਕਬੀਰ ਜੀ, ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬੰਚਿਆ ਜਾਈ। ਕਹਿੰਦੇ ਜੇ ਮਨੋਂ ਹੀ ਕਠੋਰ ਹੈ, ਮਰੈ ਬਨਾਰਸ, ਬਿਨਾਂ ਹੀ ਨਾਮ ਧਨ ਤੋਂ ਹੀ ਮਰ ਜਾਂਦਾ ਹੈ। ਕਿਉਂਕਿ ਮਨ ਕਠੋਰ ਹੈ ਤਾਂ ਨਰਕ ਨਾ ਬਚ। ਕਹਿੰਦੇ ਫਿਰ ਨਹੀਂ ਨਰਕ ਤੋਂ ਬਚ ਸਕਦਾ, ਫਿਰ ਇਹ ਸੰਸਾਰ ਤੋਂ ਨਹੀਂ ਖੜਾ ਛੁੱਟਣਾ। ਆਹ ਸੰਸਾਰ ਹੀ ਨਰਕ ਹੈ। ਤੇ ਜੇ ਹੁਣ ਆਪਾਂ ਦਾ ਟੀਕਾਕਾਰੀ ਅਰਥ ਕਰੀਏ, ਉਹ ਕਹਿੰਦੇ ਆ ਵੀ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਚ। ਉਹ ਕਹਿੰਦੇ ਸੀ ਵੀ ਜਿਹੜਾ ਬਨਾਰਸ ਦੇ ਵਿੱਚ ਮਰ ਜਵੇ ਉਹ ਦਰਗਾਹ ਨੂੰ ਚਲਾ ਜਾਂਦਾ ਹੈ, ਤੇ ਜਿਹੜਾ ਹੜੰਬੇ ਦੀ ਧਰਤੀ ਤੇ ਜਾ ਕੇ ਮਰਦਾ ਉਹ ਨਰਕਾਂ ਨੂੰ ਜਾਂਦਾ। ਉਸ ਗੱਲ ਨੂੰ ਰੱਦ ਕੀਤਾ ਇਹਨਾਂ ਨੇ। ਕਹਿੰਦੇ ਇੱਥੇ ਧਰਤੀ ਦਾ ਤਾਂ ਕੋਈ ਮਤਲਬ ਹੀ ਨਹੀਂ, ਔਰ ਇੱਥੇ ਧਰਤੀ ਦਾ ਤਾਂ ਸਰੀਰ ਛੱਡਣਾ, ਮਰਦਾ ਤਾਂ ਹਿਰਦੇ ਦੇ ਅੰਦਰ ਹੈ, ਹਿਰਦੇ ਦੇ ਅੰਦਰ ਹੀ ਜੰਮਦਾ। ਤੁਹਾਨੂੰ ਤਾਂ ਇਹਦਾ ਮਤਲਬ ਇਹ ਵੀ ਨਹੀਂ ਪਤਾ ਵੀ ਜੰਮਦਾ ਮਰਦਾ ਕੀ ਹੈ, ਕਿੱਥੇ ਜੰਮਦਾ ਮਰਦਾ, ਕਿਹੜਾ ਜਨਮ ਮਰਨਾ। ਗੁਰਬਾਣੀ ਦਾ ਕਹਿੰਦੇ ਨਹਿ ਕਿਛ ਜਨਮ ਹੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰਿਆ। ਫਿਰ ਉਹ ਕੀ ਹੈ? ਕੋਈ ਚੀਜ਼ ਹੈ ਜੰਮਦੀ ਮਰਦੀ ਵੀ ਨਹੀਂ, ਕੋਈ ਚੀਜ਼ ਜੰਮਦੀ ਮਰਦੀ ਵੀ ਹੈ। ਬਸ ਇਹੀ ਭੇਦ ਸਮਝਣਾ, ਜਨਮ ਮਰਨ ਕਾ ਭਰਮ ਗਿਆ। ਕੀ ਜੰਮਿਆ ਕੀ ਮਰਿਆ? ਬ੍ਰਹਮ ਦਾ ਮਨ ਹੈ ਜਿਹੜਾ ਧਿਆਨ ਮਾਇਆ ਚਾਹੁੰਦਾ, ਉਹਦਾ ਜਨਮ ਹੈ। ਉਹ ਆਪਣਾ ਧਿਆਨ ਪਿੱਛੇ ਖਿੱਚ ਲੈਂਦਾ, ਖਤਮ ਹੈ। ਤਾਂ ਕਹਿੰਦੇ ਆ ਵੀ ਜਨਮ ਮਰਨ, ਜੰਮਣ ਮਰਨ ਆਪਣਾ, ਨਾ ਕਿਛ ਜਨਮ ਹੈ ਨਾ ਕੁਛ ਮਰਿਆ। ਕਹਿੰਦੇ ਜੰਮਿਆ ਮਰਿਆ ਕੁਛ ਵੀ ਨਹੀਂ ਹੈਗਾ, ਬਸ ਧਿਆਨ ਬਾਹਰ ਲੈ ਗਿਆ, ਉਹਨੂੰ ਜਨਮ ਮੰਨ ਲਿਆ, ਮੋੜ ਲਿਆ ਤਾਂ ਠੀਕ ਹੈ। ਜਨਮ ਮਰਨ ਕਾ ਭਰਮ ਗਿਆ, ਇਹ ਭਰਮ ਹੀ ਸੀ ਇਹਨੂੰ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਕਹਿੰਦੇ ਭਾਣੇ 'ਚ ਹੀ ਆਉਂਦਾ, ਭਾਣੇ 'ਚ ਚਲੇ ਜਾਂਦਾ। ਉਹਦੀ ਆਪਣੀ ਇੱਛਾ ਹੀ ਹੁੰਦੀ ਹੈ, ਆਪਣੀ ਇੱਛਾ ਦੇ ਨਾਲ ਹੀ ਉਹ ਮਾਇਆ 'ਚ ਰਹਿੰਦਾ। ਉਹਦੀ ਆਪਣੀ ਇੱਛਾ ਬਣ ਗਈ ਵੀ ਮੈਂ ਮਾਇਆ 'ਚ ਨਹੀਂ ਰਹਿਣਾ ਹੈਗਾ, ਹੁਕਮ ਨਾਲ ਜੁੜ ਜਾਂਦਾ, ਉਹ ਬਾਹਰ ਚਲੇ ਜਾਂਦਾ। ਸੋ ਮਨੋਂ ਕਠੋਰ, ਜਦੋਂ ਮਨ ਦੇ ਅੰਦਰ ਕਠੋਰਤਾ ਵੱਧ ਜਾਂਦੀ ਹੈ ਤਾਂ ਮਰੈ, ਫਿਰ ਇਹ ਮਰਦਾ। ਬਾਨਾ ਰਸ, ਬਿਨਾਂ ਹੀ ਰਸ ਤੋਂ, ਬਿਨਾਂ ਹੁਕਮ ਤੋਂ ਇਹ ਜੀਵਾਤਮਾ ਮਰਦੀ ਹੈ। ਭਾਵ ਕਿ ਧਿਆਨ ਮਾਇਆ 'ਚ ਰਹਿ ਜਾਂਦਾ, ਸਰੀਰ ਛੁੱਟ ਜਾਂਦਾ। ਨਰਕ ਨਾ ਬਚਿਆ ਜਾਏ। ਕਹਿੰਦੇ ਨਰਕ ਤੋਂ ਨਹੀਂ ਫਿਰ ਬਚ ਸਕਦਾ, ਭਾਵ ਕਿ ਸਰੀਰ ਤੋਂ ਨਹੀਂ ਫਿਰ ਕਿਹੜਾ ਛੁੱਟਦਾ। ਹਰ ਕਾ ਸੰਤ ਮਰੈ ਹੜੰਬੈ। ਕਹਿੰਦੇ ਜਿਹੜਾ ਹਰ ਕਾ ਸੰਤ ਹੈ ਉਹ ਵੀ ਮਰਦਾ, ਉਹ ਮਾਇਆ ਵਾਲੇ ਪਾਸਿਓਂ ਮਰ ਜਾਂਦਾ, ਉਹ ਮਾਇਆ ਦਾ ਖਿਆਲ ਹੀ ਛੱਡ ਦਿੰਦਾ।
ਆਪਾਂ ਨਹੀਂ ਕਹਿੰਦੇ ਵੀ ਸਾਡਾ ਅਸੀਂ ਤਾਂ ਇਹਦਾ ਖਿਆਲ ਹੀ ਛੱਡਦਾ ਵੀ ਸਾਡੇ ਵੱਲੋਂ ਤੂੰ ਮਰ ਗਿਆ। ਉਹ ਬੰਦਾ ਤਾਂ ਜਿਉਂਦਾ ਫਿਰਦਾ ਹੁੰਦਾ, ਪਰ ਵੀ ਸਾਡੀ ਬੋਲ ਚਾਲ ਨਹੀਂ, ਸਾਡੇ ਵੱਲੋਂ ਤੂੰ ਮਰ ਗਿਆ ਸੀ, ਤੇਰੇ ਵੱਲੋਂ ਮਰ ਗਏ। ਇਸੇ ਤਰ੍ਹਾਂ ਹੀ ਇੱਧਰ ਹੈ ਕਿ ਮਨ ਨੇ ਮਾਇਆ ਛੱਡਤੀ, ਮਾਇਆ ਵੱਲੋਂ ਮਰ ਗਿਆ। ਸੱਚ ਨੂੰ ਫੜ ਲਿਆ, ਸੱਚ ਵਾਲੇ ਪਾਸੇ ਜਿਉਂਦਾ ਹੈ। ਸੱਚ ਛੱਡਤਾ, ਮਾਇਆ ਵੱਲ ਨੂੰ ਜੁੜ ਗਿਆ, ਮਾਇਆ ਵਾਲੇ ਪਾਸੋਂ ਜਿਉਂਦਾ, ਸੱਚ ਵਾਲੇ ਪਾਸੋਂ ਮਰਿਆ ਹੋਇਆ ਹੈ। ਇਹ ਇੱਕੋ ਹੀ, ਦੋ ਪਾਸੇ ਬਦਲਦਾ ਹੈ। ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਸਰਾਈ। ਕਹਿੰਦੇ ਉਹਦਾ ਸਾਰਾ ਇਹਨੂੰ ਤਾਰ ਕੇ ਲੈ ਜਾਂਦਾ, ਚਾਹੇ ਉਹ ਹੜੰਬੇ ਦੀ ਧਰਤੀ ਤੇ ਹੀ ਮਰ ਜਾਵੇ ਜਿਹਨੂੰ ਤੁਸੀਂ ਕਹਿੰਦੇ ਹੋ। ਮਰਦਾ ਉਹ ਵੀ ਹਿਰਦੇ 'ਚ ਹੀ ਹੈ। ਮਨ ਮਰਦਾ ਵੀ ਹੈ, ਮਨ ਮਰਦਾ ਵੀ ਨਹੀਂ। ਮਨ ਮਾਰੇ ਬਿਨ ਭਗਤੀ ਨਾ ਹੋਵੇ, ਨਾ ਮਨ ਮਰੇ ਨਾ ਮਰਨੇ ਜੋਗ। ਇਹੀ ਸਾਰੇ ਭੇਦ ਨੇ ਕਿ ਕੌਣ ਮਰਦਾ, ਕਿਵੇਂ ਮਰਦਾ, ਕਿਸ ਤਰ੍ਹਾਂ ਹੁੰਦਾ, ਸਾਰਾ ਗੁਰਬਾਣੀ ਨੇ ਸਮਝਾਇਆ ਹੋਇਆ। ਉਸ ਤੋਂ ਅੱਗੇ ਸ਼ਬਦ ਆਉਂਦਾ ਸੰਤਾਂ, ਸੱਸੇ ਉੱਤੇ ਟਿੱਪੀ ਤੱਤੇ ਨੂੰ ਕੰਨਾ। ਉਹ ਸੰਤਾਂ ਬਹੁਵਚਨ ਆ ਗਿਆ, ਜਿਵੇਂ ਗੁਰਾਂ ਸ਼ਬਦ ਆਇਆ ਸੀ, ਗੁਰਾਂ ਇੱਕ ਦੇ ਬਜਾਈ ਸੰਤਾਂ, ਭਾਵ ਕਿ ਜਿੰਨੇ ਵੀ ਗੁਰਮੁਖ ਨੇ, ਪਾਤਸ਼ਾਹੀਆਂ ਨੇ, ਭਗਤ ਸਾਹਿਬਾਨ ਨੇ, ਇਹ ਸਾਰੇ ਹੀ ਸੰਤਾਂ ਕਿ ਜਿਨ੍ਹਾਂ ਨੇ ਹੁਕਮ ਨੂੰ ਜਾਣਿਆ ਹੋਇਆ, ਜਿਨ੍ਹਾਂ ਨੇ ਇੱਥੇ ਆ ਕੇ ਪੂਰਨੇ ਪਾਏ ਨੇ, ਜਿਨ੍ਹਾਂ ਨੇ ਸਾਨੂੰ ਸੱਚ ਦੀ ਸੋਝੀ ਦੱਸੀ ਹੈ, ਉਹ ਸਾਰੇ ਸੰਤ ਹੀ ਨੇ। ਆਸਾ ਰਾਗ ਦੇ ਵਿੱਚ ਹੀ ਕਹਿੰਦੇ ਪੰਜਵੇਂ ਪਾਤਸ਼ਾਹ 400 ਪੰਨੇ ਦੇ ਉੱਪਰ, ਸੰਤਾਂ ਕੀ ਹੋਏ ਦਾਸਰੀ ਇਹ ਆਚਾਰਾ ਸਿੱਖਰੀ। ਕਹਿੰਦੇ ਆਚਰਣ ਬਣਾ, ਸੰਤਾਂ ਕੀ ਹੋਏ ਦਾਸਰੀ, ਕਿ ਜਿਵੇਂ ਉਹਨਾਂ ਪੁਰਖਾਂ ਨੇ ਹੁਕਮ ਦੇ ਦਾਸ ਬਣ ਕੇ ਰਹੇ ਨੇ, ਹੁਕਮ ਦੇ ਵਿੱਚ ਰਹੇ ਨੇ, ਹੁਕਮ ਅਨੁਸਾਰ ਹੀ ਚੱਲੇ ਨੇ, ਤੈਨੂੰ ਸੋਝੀ ਦਿੱਤੀ ਹੈ ਵੀ ਤੂੰ ਹੁਕਮ ਵਿੱਚ ਰਹਿ। ਕਹਿੰਦੇ ਉਸੇ ਤਰ੍ਹਾਂ ਤੂੰ ਵੀ ਉਹਨਾਂ ਦੀ ਦਾਸਰੀ ਬਣ। ਬੁੱਧੀ ਨੂੰ ਕਿਹਾ ਕਿ ਆਪਣੇ ਮੂਲ ਦੀ ਦਾਸਰੀ ਬਣ, ਕਿਉਂਕਿ ਤੇਰਾ ਮੂਲ ਹੁਕਮ ਨਾਲ ਜੁੜਿਆ ਹੋਇਆ ਪਿੱਛੇ, ਤੂੰ ਉਹਦੇ ਨਾਲ ਜੁੜ, ਉਹਦੇ ਨਾਲ ਜੁੜ ਜਾਏਗੀ, ਉਹ ਤੈਨੂੰ ਵੀ ਹੁਕਮ ਦੀ ਸੋਝੀ ਆਵੇਗੀ। ਸਗਲ ਗੁਣਾ ਗੁਣ ਉਤਮੋ ਭਗਤਾ ਦੂਰ ਨਾ ਪਿਖਰੀ। ਕਹਿੰਦੇ ਸਗਲ ਗੁਣਾ ਨੇ, ਕਹਿੰਦੇ ਸਾਰਿਆਂ ਤੋਂ ਵੱਡੇ ਦਾ ਗੁਣ ਉਹੀ ਨੇ। ਗੁਣ ਉਤਮ, ਸ੍ਰੇਸ਼ਟ ਗੁਣ ਉਹ ਨੇ, ਇੱਕ ਦੇ 8 ਗੁਣ ਨੇ, ਸ੍ਰੇਸ਼ਟ ਨੇ, ਉਹ ਬਣ ਜਾ। ਕਹਿੰਦੇ ਭਰਤਾ ਦੂਰ ਨਾ ਪਿਖਰੀ, ਕਹਿੰਦੇ ਫਿਰ ਜਿਹੜਾ ਹੁਕਮ ਹੈ ਉਹ ਤੇਤੋਂ ਪਰੇ ਤਾਂ ਹੈ ਹੀ ਨਹੀਂ ਫਿਰ। ਪਰ ਜਿੰਨਾ ਚਿਰ ਤੂੰ ਜੁੜਦੀ ਨਹੀਂ, ਆਪਣੇ ਮੂਲ ਦੀ ਸ਼ਰਨ ਵਿੱਚ ਨਹੀਂ ਜਾਂਦੀ, ਹੁਕਮ ਨਾਲ ਨਹੀਂ ਜੁੜਦੀ, ਉਹਨਾਂ ਚਿਰ ਫਿਰ ਤੈਨੂੰ ਦੂਰ ਲੱਗੂਗਾ। ਜਦੋਂ ਹੁਕਮ ਵਿੱਚ ਜੁੜ ਜਾਏਗੀ ਫਿਰ ਉਹੀ ਹੁਕਮ ਨੇੜੇ ਲੱਗਦਾ। 31 ਪੰਨੇ ਦੇ ਉੱਪਰ ਸ੍ਰੀ ਰਾਗ ਮਹਲਾ ਤੀਜਾ, ਤੀਸਰੇ ਪਾਤਸ਼ਾਹ ਕਹਿੰਦੇ ਮਨਮੁਖ ਕਰਮ ਕਮਾਵਣੇ ਜਿਉਂ ਦੁਹਾਗਣ ਤਨ ਸ਼ਿੰਗਾਰ। ਕਹਿੰਦੇ ਜਿੰਨਾ ਚਿਰ ਮਨ ਬੁੱਧੀ ਰਲ ਕੇ ਆਪਣੀ ਸੋਚ ਪੈਦਾ ਕਰਦੇ ਨੇ, ਮਾਇਆ ਨੂੰ ਦੇਖ ਕੇ ਸੁਰਤ ਪੈਦਾ ਕਰਦੇ ਆ, ਸੋਚ ਪੈਦਾ ਕਰਦੇ ਆ, ਉਹਨਾਂ ਚਿਰ ਮਾਇਆ ਦੀ ਸੋਚ ਹੁੰਦੀ ਹੈ, ਉਹੀ ਕਮਾਉਂਦੇ ਆ। ਜਿਉਂ ਦੁਹਾਗਣ ਧਨ ਸ਼ਿੰਗਾਰ, ਕਹਿੰਦੇ ਇਹ ਤਾਂ ਉਸ ਤਰ੍ਹਾਂ ਦੀ ਗੱਲ ਹੈ ਵੀ ਕੋਈ ਦੁਹਾਗਣ ਹੋਵੇ, ਉਹ ਹਾਰ ਸ਼ਿੰਗਾਰ ਕਰਦੀ ਫਿਰੇ। ਸੇਜੇ ਕੰਤ ਨਾ ਆਵੇ ਨਿਤ ਨਿਤ ਹੋਏ ਖੁਆਰ। ਕਹਿੰਦੇ ਉਹ ਸ਼ਿੰਗਾਰ ਜ਼ਰੂਰ ਕਰਦੀ ਹੈ, ਪਰ ਪਤੀ ਤਾਂ ਕੋਈ ਹੈ ਨਹੀਂ ਗਾ। ਪਤੀ ਹੋਊ ਤਾਂ ਫਿਰ ਸੁਹਾਗਣ ਹੋਊਗੀ, ਫਿਰ ਉਹ ਸੇਜਾ ਤੇ ਵੀ ਆਊਗਾ। ਇਸੇ ਤਰ੍ਹਾਂ ਹੀ ਜੀਵਾਤਮਾ ਹੈ। ਜਿੰਨਾ ਚਿਰ ਜੀਵਾਤਮਾ ਮਾਇਆ ਨਾਲ ਜੁੜੀ ਹੋਈ ਆ, ਮਾਇਆ ਦੇ ਸੋਚ ਪੈਦਾ ਕਰਦੀ, ਉਹ ਕਰਮ ਕਮਾਉਂਦੀ ਹੈ, ਫਿਰ ਹਿਰਦੇ ਦੇ ਵਿੱਚ ਸ਼ਬਦ ਗੁਰੂ ਦਾ ਤਾਂ ਮੁਸ਼ਕਲ ਹੈ ਪ੍ਰਗਟ ਹੋਣਾ, ਕਿਉਂਕਿ ਧਿਆਨ ਹੀ ਨਹੀਂ ਉਹਦੇ ਵੱਲ। ਉਹਦੇ ਵੱਲੋਂ ਤਾਂ ਦੁਹਾਗਣ ਹੀ ਹੈ। ਪਿਰਕਾ ਮਹਿਲ ਨਾ ਪਾਵਨੀ ਨਾ ਦੀਸੈ ਘਰ ਬਾਰ। ਕਹਿੰਦੇ ਫਿਰ ਹਿਰਦਾ ਦਾ ਸੁੱਝਦਾ ਹੀ ਨਹੀਂ ਵੀ ਸੱਚਖੰਡ ਮੈਂ ਹਿਰਦੇ 'ਚ ਵੀ ਜਾਣਾ। ਸਾਰੀ ਜਿਹੜੀ ਤ੍ਰਿਕੁਟੀ ਨਾਲ ਜੁੜੀ ਰਹਿੰਦੀ ਹੈ, ਇੱਥੇ ਸੌਂ ਜਾਂਦੀ ਹੈ, ਫਿਰ ਉੱਠ ਖੜ੍ਹਦੀ ਹੈ, ਫਿਰ ਤਿਆਰ ਹੋ ਕੇ ਅੱਖਾਂ 'ਚ ਬਹਿ ਜਾਂਦੀ ਹੈ, ਕਦੇ ਕੰਨਾਂ ਰਾਹੀਂ, ਕਦੇ ਨਾਸਕਾਂ ਰਾਹੀਂ, ਕਦੇ ਮੁੱਖ ਰਾਹੀਂ, ਸਾਰਾ ਜੀਵਨ ਆਹੀਂ ਕੱਢੀ ਜਾਂਦੀ ਹੈ। ਭਾਈ ਰੇ ਇੱਕ ਮਨ ਨਾਮ ਧਿਆਏ। ਭਾਈ ਰੇ, ਦੇਖੋ ਭਾਈ ਰੇ, ਇਹ ਮੇਰੇ ਭਾਈ ਤੂੰ ਇੱਕ ਹੋ, ਇੱਕ ਮਨੀ, ਮਨ ਦੇ ਅੰਦਰ ਇੱਕ ਹੋ ਜਾ। ਅੰਦਰਲੇ ਦੀ ਗੱਲ ਸੁਣ, ਨਾਮ ਧਿਆਏ, ਉਹਦੇ ਹੁਕਮ 'ਚ ਧਿਆਨ ਰੱਖ। ਜਿਹੜਾ ਤੇਰੀ ਸੇਜਾ ਦਾ ਮਾਲਕ ਹੈ, ਤੂੰ ਗੁਰਮੁਖ ਬਣ। ਸੰਤਾਂ ਸੰਗਤ ਮਿਲ ਰਹੇ, ਕਹਿੰਦੇ ਫੇਰ ਉਹਨਾਂ ਦੀ ਸੰਗਤ ਮਿਲੂਗੀ ਜਿਹੜੇ ਗੁਰਮੁਖਾਂ ਨੇ ਇੱਥੇ ਨਾਮ ਨੂੰ ਆਪਣੇ ਹਿਰਦੇ 'ਚੋਂ ਪ੍ਰਗਟ ਕੀਤਾ ਹੋਇਆ। ਫਿਰ ਤੈਨੂੰ ਉਹਨਾਂ ਦੀ ਵੀ ਸੋਝੀ ਆ ਜਾਣੀ ਵੀ ਇਹਨਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ। ਫਿਰ ਤੂੰ ਉਹਨਾਂ ਦੇ ਕੋਲ ਜਾ ਕੇ ਬੈਠੇਂਗਾ, ਮਿਲ ਰਹੇ ਜਪੀ ਰਾਮ ਨਾਮ ਸੁਖ ਪਾਏ। ਕਹਿੰਦੇ ਫਿਰ ਤੈਨੂੰ ਸਮਝ ਆਉਣੀ, ਜਿਵੇਂ ਉਹਨਾਂ ਨੇ ਜਪੀ ਹੈ,
ਜਪ ਉਹਨਾਂ ਨੇ ਵੀ ਕੀਤਾ, ਪੱਪੇ ਨੂੰ ਸਿਹਾਰੀ ਹੈ ਕਿ ਜਿਵੇਂ ਉਹਨਾਂ ਨੇ ਹੁਕਮ ਨੂੰ ਮੰਨਿਆ ਹੋਇਆ, ਉਹਨਾਂ ਨੇ ਵੀ ਤੈਨੂੰ ਹੁਕਮ ਮੰਨਣ ਵਾਲੀ ਗੱਲ ਕਹਿਣੀ ਹੈ। ਤੂੰ ਵੀ ਹੁਕਮ ਨੂੰ ਮੰਨ ਲੇਗਾ ਤੇ ਨਾਮ ਸੁੱਖ ਪਾਏ, ਫਿਰ ਤੈਨੂੰ ਵੀ ਸੁੱਖ ਪ੍ਰਾਪਤ ਹੋ ਜਾਣਾ। ਸੋ ਇਹ ਸ਼ਬਦ ਸੀ ਸੰਤਾਂ। ਜਿਵੇਂ ਇੱਕ 783 ਪੰਨੇ ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਾਇਆ ਰਾਮ, ਸੰਤਾਂ ਕੇ ਕਾਰਜ। ਸੰਤਾਂ ਦਾ ਕਾਰਜ ਕੀ ਹੈ? ਜਿਹੜੇ ਹੁਕਮੀ ਹੁੰਦੇ ਨੇ ਉਹੀ ਕਹਿੰਦੇ ਵੀ ਹੁਕਮ ਚ ਰਹੋ ਤੁਸੀਂ ਵੀ। ਪੰਜਵੇਂ ਪਾਤਸ਼ਾਹ ਦਾ ਕੀ ਕੰਮ ਸੀ? ਹੁਕਮ ਚ ਰਹਿਣਾ, ਤੇ ਹੁਕਮ ਚ ਰਹਿਣ ਦੀ ਆਗਿਆ ਦਿੱਤੀ। ਹੁਕਮ ਬੂਝ ਪਰਮ ਪਦ ਪਾਈ, ਕਹਿੰਦੇ ਹੁਕਮ ਬੁੱਝੋ, ਉਹਨਾਂ ਨੇ ਬੁੱਝਿਆ ਸੀ। ਇਹੀ ਕਾਰਜ ਸੀ ਉਹਨਾਂ ਦਾ। ਆਪ ਹੀ ਖਲੋਇਆ, ਆਪ ਹੀ ਆ ਕੇ ਵਿੱਚ ਖਲੋਣਾ ਪੈਂਦਾ, ਆਪਣਾ ਕਾਰਜ ਆਪ ਹੀ ਸਵਾਰਨਾ ਪੈਂਦਾ। ਹਰ ਕੰਮ ਕਰਾ ਬਣਾਇਆ ਰਾਮ, ਕਹਿੰਦੇ ਇਹੀ ਕੰਮ ਹੈ, ਇਹੀ ਕੰਮ ਕਰਨਾ ਸੁਰਤ ਨੇ। ਕਿ ਹੁਣ ਆਇਆ ਇਸੇ ਕੰਮ ਵਾਸਤੇ ਹੋਇਆ ਵੀ ਇਹ ਮੇਰਾ ਕਾਰਜ ਪੂਰਾ ਹੋ ਜਾਵੇ। ਇਹ ਕੰਮ ਨਿਰਾਕਾਰੀ ਇੱਕ ਸਰੀਰਕ ਕੰਮ ਹੁੰਦਾ, ਹੱਥ ਪਾਉ ਸੇ ਕਾਮ ਸਭ ਚੀਤ ਨਰੰਜਨ ਨਾਲ, ਉਹ ਸਰੀਰ ਦੀ ਗੱਲ ਹੈ। ਬਾਹਰ ਵੀ ਸਰੀਰ ਕਰਕੇ ਵੀ ਕੰਮ ਕਰਨੇ, ਚਿੱਤ ਅਸਲੀ ਕੰਮ ਚਲਾਈ ਰੱਖਣਾ। ਇੱਥੇ ਵੀ ਕੰਮ ਦੇ ਥੱਲੇ ਔਂਕੜ ਪਈ ਹੋਈ ਹੈ। ਹਰ ਕੰਮ ਕਰਾ ਬਣਾਇਆ ਰਾਮ, ਕਹਿੰਦੇ ਤੂੰ ਆਪਣਾ ਉਹ ਕੰਮ ਕਰਵਾਉਣ ਆਇਆ ਹੋਇਆ ਇੱਥੇ। ਉਹ ਕਰਨਾ ਕੰਮ ਕੀ ਨੇ? ਹਰ ਨੇ। ਹਰ ਕੌਣ ਹੈ? ਹੁਕਮ ਪਰਮੇਸ਼ਰ। ਆਇਆ ਰਾਮ, ਇੱਥੇ ਰਾਮ ਆਇਆ ਹੋਇਆ, ਇਹਨੇ ਰਾਜਾ ਬਣ ਕੇ ਜਾਣਾ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਧਰਤੀ ਸੁਹਾਵੀ ਹੈ, ਫਿਰ ਕਹਿੰਦੇ ਜਿਹੜਾ ਹਿਰਦਾ ਬੜਾ ਸੋਹਣਾ ਲੱਗਦੀ ਹੈ ਸੁਰਤ, ਸੁਰਤ ਹੀ ਧਰਤੀ ਹੈ। ਫਿਰ ਧਰਤੀ ਦੇ ਵਿੱਚ ਬੜੀ ਠੰਡਕ ਮਹਿਸੂਸ ਹੁੰਦੀ ਹੈ। ਤਾਲ ਸੁਹਾਵਾ, ਕਹਿੰਦੇ ਫਿਰ ਉਹਦੇ ਵਿੱਚ ਤਾਲ ਹੁੰਦਾ, ਜਿਵੇਂ ਬਾਹਰ ਪਾਣੀ ਹੁੰਦਾ, ਇਸੇ ਤਰ੍ਹਾਂ ਉਹਦੇ ਅੰਦਰ ਬਾਣੀ ਹੁੰਦੀ ਹੈ। ਸੁਰਤ ਦੇ ਵਿੱਚ ਬਾਣੀ ਆ ਜਾਂਦੀ ਹੈ, ਬਾਣੀ ਸੁਹਾਵੀ ਹੈ। ਸੁਹਾਵਾ ਨਾਮ ਰੂਪੀ ਜਲ ਆ ਜਾਂਦਾ, ਮਨ ਫਿਰ ਪ੍ਰਸੰਨ ਹੁੰਦਾ, ਮਨ ਬੁੱਧੀ ਦੋਨੇ ਪ੍ਰਸੰਨ ਹੋ ਜਾਂਦੇ ਆ। ਵਿੱਚ ਅੰਮ੍ਰਿਤ, ਵਿੱਚ ਹੁਕਮ ਆ ਗਿਆ। ਉਹੀ ਤਾਲ ਦੇ ਅੰਦਰ ਜਿਹੜਾ ਜਲ ਆਇਆ ਉਹ ਹੁਕਮ ਹੀ ਹੈ ਨਾ। ਹੁਕਮ ਜਲ ਛਾਇਆ, ਦੇਖੋ ਹੁਕਮ ਇੱਥੇ ਅੰਮ੍ਰਿਤ ਜਲ ਛਾਇਆ, ਅੰਮ੍ਰਿਤ ਜਲ ਪਾਇਆ ਨਹੀਂ ਲਿਖਿਆ, ਛਾਇਆ ਲਿਖਿਆ ਹੋਇਆ। ਬੜੀ ਵੱਡੀ ਗੱਲ ਹੈ, ਪਾਤਸ਼ਾਹ ਕੈਸੇ ਕੈਸੇ ਬਚਨ ਵਰਤਦੇ। ਕਹਿੰਦੇ ਅੰਮ੍ਰਿਤ ਜਲ ਛਾਇਆ, ਹੁਕਮ ਦੀ ਛਾਇਆ ਹੈ। ਛਾਇਆ ਪ੍ਰਭ ਛਤਰਪਤ ਕੀਨੀ, ਉਹਦੀ ਛਾਂ ਥੱਲੇ ਰਹਿੰਦਾ ਹੈ। ਹੁਕਮ ਉੱਪਰ ਰਹਿੰਦਾ, ਹੁਕਮ ਦੀ ਛਾਂ ਹੈ। ਉਹ ਛਾਇਆ ਹੋਇਆ ਹੁਕਮ ਰਾਮ ਦੇ ਉੱਪਰ, ਛਤਰ ਹੈ। ਰਾਮ ਗੁਸਾਈਆਂ ਜੀ ਕੇ ਜੀਵਨਾ ਮਾਥੇ ਛਤਰ, ਛਤਰ ਧਰਦਾ, ਹੁਕਮ ਦਿੰਦਾ ਆਪਣਾ, ਉਹਦਾ ਹੁਕਮ ਹੀ ਛਤਰ ਹੈ। ਉਹਦੀ ਛਾਂ ਹੇਠ ਰਹਿੰਦਾ। ਸੋ ਇਹ ਸ਼ਬਦ ਸੀ ਸੰਤਾ, ਭਾਵ ਕਿ ਜਿਹੜਿਆਂ ਨੇ ਵੀ ਇਸ ਭਵ ਸਾਗਰ ਦੇ ਵਿੱਚ ਆ ਕੇ ਹੁਕਮ ਨੂੰ ਮੰਨਿਆ, ਹੁਕਮ ਵਿੱਚ ਵਿਚਰੇ, ਤੇ ਉਹਨਾਂ ਨੇ ਦੂਸਰਿਆਂ ਨੂੰ ਵੀ ਕਿਹਾ ਵੀ ਤੁਸੀਂ ਵੀ ਹੁਕਮ ਵਿੱਚ ਰਹੋ, ਹੁਕਮ ਵਿੱਚ ਹੀ ਜੀਵਨ ਹੈ, ਹੁਕਮ ਤੋਂ ਬਿਨਾਂ ਜੀਵਨ ਨਹੀਂ ਹੈ। ਫਿਰ ਸ਼ਬਦ ਆਉਂਦਾ ਸੱਸੇ ਉੱਤੇ ਟਿੱਪੀ ਤੱਤੇ ਨੂੰ ਸਿਆਰੀ ਸੰਤੀ, ਜਿਵੇਂ ਗੁਰ ਈ ਸੰਤੀ, ਭਾਵ ਕਿ ਜਿਹੜੀ ਜੀਵ ਆਤਮਾ ਨੇ ਇੱਥੇ ਹੁਕਮ ਮੰਨ ਲਿਆ, ਹੁਕਮ 'ਚ ਚੱਲ ਰਹੀ ਹੈ, ਉਹ ਫਿਰ ਸਾਨੂੰ ਵੀ ਸਿੱਖਿਆ ਦਿੰਦੀ ਹੈ ਵੀ ਤੁਸੀਂ ਵੀ ਹੁਕਮ ਨੂੰ ਮੰਨੋ। ਕਿਵੇਂ ਮੰਨਣਾ, ਕੀ ਹੁਕਮ ਹੈ, ਫਿਰ ਉਹ ਸਾਰੀ ਗੱਲ ਸਮਝ ਆਉਂਦੀ ਹੈ। ਜਿਵੇਂ ਪਾਤਸ਼ਾਹ ਨੇ ਬਚਨ ਲਿਖਿਆ ਨਾ, ਉੱਥੇ ਬਚਨ ਆਇਆ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀ। ਉੱਥੇ ਜਿਹੜਾ ਸਤਿਗੁਰ ਸ਼ਬਦ ਆ, ਉਹਦੇ ਰਾਰੇ ਨੂੰ ਸਿਹਾਰੀ ਪਈ ਹੋਈ ਹੈ ਕਿ ਸਤਿਗੁਰ ਨੇ ਜਿਹਨੇ ਹੁਕਮ ਬੁੱਝਿਆ ਹੁੰਦਾ ਉਹੀ ਕਿਸੇ ਨੂੰ ਬੁਝਾ ਸਕਦਾ, ਜਿਹਨੇ ਕੁਛ ਜਾਣਿਆ ਉਹੀ ਦੂਜੇ ਨੂੰ ਜਣਾ ਸਕਦਾ, ਉਹੀ ਉਹਦੀਆਂ ਕੁਆਲਿਟੀਆਂ ਦੱਸ ਸਕਦਾ ਕਿ ਉਹਦੇ ਵਿੱਚ ਆਹ ਕੁਆਲਿਟੀਆਂ ਨੇ, ਆਹ ਕਾਰਨ ਨੇ ਜਿਨ੍ਹਾਂ ਕਰਕੇ ਤੁਸੀਂ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ, ਆਹ ਕਾਰਨਾਂ ਨੂੰ ਦੂਰ ਕਰ ਦਿਓ, ਤੁਹਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋ ਜਾਵੇਗੀ। 206 ਪੰਨੇ ਉੱਪਰ ਕਹਿੰਦੇ ਆ, ਪੰਜਵੇਂ ਪਾਤਸ਼ਾਹ ਗੌੜੀ ਰਾਗ ਦੇ ਅੰਦਰ, ਗੌੜੀ ਮਹੱਲਾ ਪੰਜਵਾਂ, ਜਗ ਐਸਾ ਮੋਹ ਗੁਰਹੇ ਦਿਖਾਇਓ, ਤੋ ਸਰਨ ਪਰਿਓ ਤਜ ਗਰਭ ਅਸੂਆ, ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤੀ ਹਰ ਜਸੂਆ। ਕਹਿੰਦੇ ਜਗ ਐਸਾ ਮੋਹ,
ਗੁਰ ਹੀ ਦਿਖਾਇਓ। ਕਹਿੰਦੇ ਮੈਨੂੰ ਇਹ ਗੱਲ ਗੁਰਮੁਖਾਂ ਨੇ ਦੱਸੀ, ਗੁਰਮਤ ਤੋਂ ਮੈਨੂੰ ਸਮਝ ਆਈ, ਬੁਝਾਈ ਗਈ ਕਿ ਆ ਜਿਹੜਾ ਜੱਗ ਹੈ ਇਹ ਤਾਂ ਸਾਰਾ ਹੀ ਮੋਹ ਦੇ ਵਿੱਚ ਹੈ। ਸਾਰਿਆਂ ਦੇ ਹਿਰਦਿਆਂ ਦੇ ਅੰਦਰ ਤਾਂ ਮੋਹ ਹੈ ਇਹ ਚੇਤਨ ਤੇ ਮਾਇਆ ਨਾਲ ਜੁੜਿਆ ਹੋਇਆ। ਦਿਖਾਇਓ, ਮੈਨੂੰ ਦਿਖਾਈ ਹੈ ਗੱਲ, ਮੈਂ ਦੇਖੀ ਹੈ। ਗੁਰ ਹੀ, ਚੌਥੇ ਪਾਤਸ਼ਾਹ ਨੇ ਦਿਖਾਈ, ਕਿਉਂਕਿ ਉਹਨਾਂ ਵੇਲੇ ਤਾਂ ਉਹੀ ਗੁਰ ਸੀਗੇ, ਉਹਨਾਂ ਨੇ ਦ੍ਰਿੜਤਾ ਕਰਾਈ। ਤਾਂ ਉਹ ਸਾਰਨ ਪਰਿਓ, ਕਹਿੰਦੇ ਫੇਰ ਮੈਂ ਸਾਰਨ ਵਿੱਚ ਗਿਆ ਕਿ ਮੈਂ ਨਹੀਂ ਇਹ ਕੰਮ ਕਰਨਾ, ਮੈਂ ਮੋਹ ਦੀ ਸਰਨ ਵਿੱਚ ਨਹੀਂ ਜਾਣਾ, ਮੈਨੂੰ ਉਹੀ ਗੁਰਮਤ ਚਾਹੀਦੀ ਹੈ। ਤਜ ਗਰਭ ਅਸੂਆ, ਕਹਿੰਦੇ ਤਾਂ ਮੈਂ ਗਰਭ ਚੋਂ ਬਾਹਰ ਗਿਆ, ਭਵ ਸਾਗਰ ਤੋਂ ਬਾਹਰ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਗਏ। ਸਾਰੇ ਹੀ ਗੁਰਮੁਖ ਤਾਂ ਬਾਹਰ ਜਾਂਦੇ ਨੇ ਜਦੋਂ ਜੋ ਗੁਰ ਕਹੇ ਉਹਦੀ ਗੱਲ ਨੂੰ ਮੰਨ ਲਵੇ, ਉਹਦੀ ਸਰਨ ਵਿੱਚ ਚਲਾ ਜਾਵੇ। ਗੁਰ ਦੇ ਬਚਨ ਨੂੰ ਮੰਨਣਾ ਹੀ ਉਹਦੀ ਸਰਨ ਹੈ। ਤੇ ਤਜਣਾ ਕੀ ਹੈ? ਗਰਭ ਅਸੂਆ, ਗਰਭ ਛੱਡਣਾ। ਮਾਰਗ ਪ੍ਰਭ ਕੋ ਸੰਤ ਬਤਾਇਓ, ਕਹਿੰਦੇ ਮਾਰਗ ਸੀ ਜਿਹੜਾ ਪ੍ਰਭ ਦਾ, ਅੰਤਰਾਤਮਾ ਦਾ, ਕੋ ਸੰਤ ਬਤਾਇਓ। ਇੱਥੇ ਸੱਸੇ ਦੇ ਉੱਤੇ ਟਿੱਪੀ ਹੈ, ਤੱਤੇ ਨੂੰ ਸਿਆਰੀ ਹੈ, ਕਿ ਜਿਹਨੇ ਉਹ ਮਾਰਗ ਨੂੰ ਤੈਅ ਕੀਤਾ ਹੋਇਆ ਸੀ, ਬਾ ਮੰਜ਼ਿਲ ਤੇ ਪਹੁੰਚਿਆ ਹੋਇਆ ਸੀ, ਉਸ ਨੇ ਮੈਨੂੰ ਦੱਸਿਆ ਵੀ ਤੂੰ ਐਸ ਰਸਤੇ ਤੇ ਚੱਲ, ਤਾਂ ਤੂੰ ਆਪਣੇ ਪ੍ਰਭ ਕੋਲ ਪਹੁੰਚ ਸਕਦਾ। ਉਹ ਸੀ ਉਸ ਵੇਲੇ ਚੌਥੇ ਪਾਤਸ਼ਾਹ, ਜਾਂ ਅੱਜ ਸਾਡੇ ਕੋਲ ਗੁਰਬਾਣੀ ਹੈ। ਕਹਿੰਦੇ ਉਹਨੇ ਜਦੋਂ ਮੈਨੂੰ ਦੱਸਿਆ, ਬਤਾਇਆ, ਤਾਂ ਫਿਰ ਦ੍ਰਿੜੀ, ਕਹਿੰਦੇ ਮੈਂ ਉਹਦੀ ਗੱਲ ਨੂੰ ਦ੍ਰਿੜ ਵੀ ਕੀਤਾ। ਜੇ ਇਹ ਮੇਰੇ ਮਨਾਂ 'ਚ ਤੈਨੂੰ ਗੁਰਬਾਣੀ ਕੁਛ ਦੱਸਦੀ ਹੈ ਤਾਂ ਇਹਨੂੰ ਦ੍ਰਿੜ ਵੀ ਕਰਨਾ, ਭਰੋਸਾ ਵੀ ਕਰਨਾ ਇਹਦੇ ਤੇ। ਇਹ ਨਹੀਂ ਕਿ ਇਕੱਲੀ ਬਸ ਸੁਣ ਲਈ, ਫੇਰ ਨਹੀਂ ਹੈ, ਦ੍ਰਿੜਤਾ ਕਰਨੀ ਹੈ ਕਿ ਜੋ ਕਿਹਾ ਸੱਚ ਹੈ। ਨਾਨਕ ਦਾਸ ਭਗਤੀ ਹਰ ਜਸੂਆ, ਕਹਿੰਦੇ ਮੈਂ ਵੀ ਦਾਸ ਬਣ ਗਿਆ, ਫਿਰ ਮੈਂ ਵੀ ਨਾਨਕ ਬਣ ਗਿਆ, ਮੈਂ ਵੀ ਉਹਨਾਂ ਵਰਗਾ ਹੀ ਬਣ ਗਿਆ, ਮੇਰੇ ਚਾਰੋਂ 'ਚ ਕੋਈ ਫਰਕ ਹੀ ਨਹੀਂ ਰਿਹਾ। ਭਗਤੀ ਹਰ ਜਸੂਆ, ਕਹਿੰਦੇ ਮੇਰੇ ਕੋਲ ਤਾਂ ਫਿਰ ਭਗਤੀ ਹੋਈ ਭਗਤੀ ਹੈ। ਹੁਣ ਭੈ ਹੀ ਨਹੀਂ ਰਹੀ, ਹਰ ਵੇਲੇ ਹਰ ਜਸੀ ਹੈ। ਭਾਵ ਕਿ ਨਿਰਭਉ ਹਾਂ, ਨਿਰਵੈਰ ਹਾਂ, ਅਕਾਲ ਮੂਰਤ ਹਾਂ, ਅਜੂਨੀ ਹਾਂ, ਸਵੈਮ ਹਾਂ, ਆਪਣੇ ਆਪ ਦੇ ਵਿੱਚ ਹਾਂ, ਭੰਗਤਾ ਨਹੀਂ ਹੈ। ਗੁਰ ਦੀ ਮੇਰੇ ਕੋਲ ਪੂਰੀ ਕਿਰਪਾ, ਪੂਰੀ ਸੋਝੀ ਹੈ। ਸੋ ਇਹ ਸ਼ਬਦ ਸੀ ਸੰਤੀ। ਸ਼ਬਦ ਹੋਰ ਵੀ ਹਨ ਗੁਰਬਾਣੀ ਵਿੱਚ ਬਹੁਤ, ਸੋ ਸਾਰੇ ਸ਼ਬਦਾਂ ਦਾ ਇੱਕੋ ਹੀ ਭਾਵ ਹੈ ਗੁਰਮਤਿ ਦੇ ਅਨੁਸਾਰ। ਜਿਵੇਂ 306 ਪੰਨੇ ਦੇ ਉੱਪਰ ਵੀ ਵਚਨ ਆਉਂਦਾ ਇਹ, ਉਹਦੇ ਵਿੱਚ ਆਉਂਦਾ, ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ, ਪੇੜ ਮੰਡਾਹੂ ਕੱਟਿਆ ਤਿਸ ਡਾਲ ਸੁਖੰਦੇ। ਜੋ ਜੋ ਸੰਤੀ ਸਰਾਪਿਆ, ਕਿ ਜਿਹੜੀ ਜਿਹੜੀ ਜੀਵਾਤਮਾ ਨੇ ਸੰਤੀ ਕਿਸੇ ਗੁਰਮੁਖ ਦੀ ਗੱਲ ਨਹੀਂ ਮੰਨੀ, ਸੱਚ ਦੀ ਗੱਲ ਨਹੀਂ ਮੰਨੀ, ਗੁਰਬਾਣੀ ਦੀ ਗੱਲ ਨਹੀਂ ਮੰਨੀ, ਸਰਾਪਿਆ, ਕਹਿੰਦੇ ਉਹ ਫਿਰ ਕੀ, ਸਰਾਪਿਆ ਸ਼ਬਦ ਨਹੀਂ ਹੈ, ਸਰਾਪਿਆ, ਕਹਿੰਦੇ ਉਹ ਆਪਣੀ ਮਰਜ਼ਾਦਾ ਵਿੱਚ ਚੱਲਿਆ, ਫਿਰ ਆਪਣੀ ਸ਼ਰ੍ਹਾ ਚੱਲਿਆ, ਆਪਣੀ ਮੱਤ ਨੂੰ ਵਰਤਦਾ ਰਿਹਾ, ਆਪਣੇ ਭਾਣੇ 'ਚ ਚੱਲਦਾ ਰਿਹਾ। ਆਪਣੇ ਭਾਣੇ ਵਿੱਚ ਚੱਲਣਾ ਹੀ ਹੈ, ਆਪਣਾ ਹੀ ਹੁਕਮ ਹੈ। ਜਿਹਨੇ ਗੁਰਮਤਿ ਦੀ ਗੱਲ ਨਹੀਂ ਮੰਨੀ ਉਹ ਸਰਾਪਿਆ। ਹੁਣ ਇਹਨੂੰ ਸਰਾਪਿਆ ਸ਼ਬਦ ਬਣਾਤਾ। ਨਾਲੇ ਤਾਂ ਗੁਰਬਾਣੀ ਸਰਾਪ ਨਹੀਂ ਦਿੰਦੀ, ਫਿਰ ਸਰਾਪ ਕਿਵੇਂ ਮਿਲ ਗਿਆ? ਭਾਵ ਕਿ ਆਪਣੇ ਮੋੜ ਤੋਂ ਉਲਟ ਚੱਲਣਾ ਹੀ ਸਰਾਪ ਹੀ ਹੁੰਦਾ ਹੈ, ਆਪਣੀ ਮਰਜ਼ੀ ਕਰਦਾ। ਸੇ ਫਿਰੇ ਪਵੰਦੇ, ਕਹਿੰਦੇ ਫਿਰ ਭੌਂਦਾ ਫਿਰਦਾ, ਦਹਿ ਦਿਸ ਧਾਉਂਦਾ ਮਨ। ਪੇੜ ਮੰਡਾਹੂ ਕੱਟਿਆ, ਕਹਿੰਦੇ ਜਿਹੜਾ ਦਰਖਤ ਹੈ ਉਹ ਮੁੱਢ ਤੋਂ ਹੀ ਕੱਟਿਆ ਗਿਆ। ਭਾਵ ਕਿ ਸੁਰਤ ਆਪਣੇ ਮੂਲ ਨਾਲ ਜੁੜਦੀ ਹੋਈ ਨਹੀਂ। ਤਿਸ ਡਾਲ ਸੁਕੰਦੇ, ਕਹਿੰਦੇ ਫਿਰ ਉਹ ਟਾਹਣੀ ਸੁੱਕ ਜਾਂਦੀ ਹੈ, ਮਾਇਆ ਖਤਮ ਹੋ ਜਾਣੀ ਹੈ, ਇੱਕ ਦਿਨ ਸਰੀਰ ਛੱਡਣਾ ਪੈਣਾ, ਡਾਲੀ ਨਾਲ ਲੱਗਿਆ ਹੋਇਆ, ਡਾਲੀ ਸੁੱਕ ਜਾਂਦੀ ਹੈ, ਸੋ ਜੀਵਨ ਖਤਮ ਹੋ ਜਾਂਦਾ ਹੈ। ਸੋ ਇਹ ਪੂਰਾ ਸ਼ਬਦ ਹੈ ਮਹੱਲਾ ਚੌਥੇ ਦਾ, ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਇਸ ਸ਼ਬਦ ਦੀ ਲਾਸਟ ਪੰਕਤੀ ਹੈ। ਸੋ ਇੱਥੋਂ ਤੱਕ ਇਸ ਸ਼ਬਦ ਦੀ ਵਿਚਾਰ ਕੀਤੀ ਸੀ ਗੁਰ ਕਿਰਪਾ ਦੁਆਰਾ, ਕਿ ਸੰਤ ਕੀ ਹੈ। ਅਸਲ ਵਿੱਚ ਸੰਤ ਹੈ ਜਿਹੜਾ ਉਹ ਹੁਕਮ ਹੈ ਜਾਂ ਸਾਡਾ ਮੂਲ ਹੈ।
ਜਦੋਂ ਸਾਡਾ ਮੂਲ ਆਤਮਾ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ, ਸ਼ੁੱਧ ਹੋ ਜਾਂਦੀਆਂ ਨੇ, ਸੰਤ ਬਣ ਜਾਂਦਾ ਹੈ, ਇਹ ਹੁਕਮ ਦਾ ਹੀ ਸਰੂਪ ਧਾਰਨ ਕਰ ਜਾਂਦਾ ਹੈ। ਸੋ ਗੁਰਬਾਣੀ ਨੇ ਇੱਕ ਬੜਾ ਵੱਡਾ ਫੈਸਲਾ ਦਿੱਤਾ ਵੀ ਹਰ ਕੇ ਸੰਤ ਹੁੰਦੇ ਨੇ, ਇੱਕ ਆਪੂ ਬੜੇ ਸੰਤ ਹੁੰਦੇ ਨੇ। ਸੋ ਇਹ ਸੱਚੇ ਪਾਤਸ਼ਾਹ ਸੋਝੀ ਬਖਸ਼ ਕਿ ਜਿਹੜਾ ਹਰ ਕਾ ਸੰਤ ਹੁੰਦਾ ਹੈ, ਸਦਾ ਉਹਦੀ ਸ਼ਰਨ ਵਿੱਚ ਰਹੀਏ, ਉਹਦੇ ਅਨੁਸਾਰ ਹੋ ਕੇ ਚੱਲੀਏ ਤਾਂ ਜੀਵਨ ਸਫਲ ਹੋ ਸਕਦਾ ਹੈ। ਸੋ ਇੰਨੀ ਕੁ ਵਿਚਾਰ ਆਪਾਂ ਨੇ ਕੀਤੀ ਹੈ। ਫਿਰ ਵੀ ਕਿਸੇ ਕੋਲ ਵੱਧ ਕਿਰਪਾ ਹੈ ਪਰਮੇਸ਼ਰ ਦੀ ਤਾਂ ਮੇਰੇ ਤੇ ਜ਼ਰੂਰ ਕਿਰਪਾ ਕਰੇ, ਮੈਨੂੰ ਜ਼ਰੂਰ ਸੋਝੀ ਬਖਸ਼ੇ। ਜਿੰਨੇ ਕੁ ਅਰਥ ਗੁਰਬਾਣੀ ਤੋਂ ਸਮਝ ਆਈ ਮੈਂ ਕੀਤੇ, ਤੁਸੀਂ ਵੀ ਮੈਨੂੰ ਇਹਨਾਂ ਹੀ ਸ਼ਬਦਾਂ ਦੇ ਹੋਰ ਬਰੀਕੀ ਨਾਲ ਅਰਥ ਸਮਝਾਓ, ਮੈਂ ਉਹਨਾਂ ਅਰਥਾਂ ਨੂੰ ਬੜੀ ਖੁਸ਼ੀ ਦੇ ਨਾਲ ਸਵੀਕਾਰ ਕਰਾਂਗਾ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।